गुड मॉर्निंग संगत लाइव प्रोग्राम देख रहे सारे ही दर्शकों ਨੂੰ देश विच बैठे ਸਰੋਤਿਆਂ ਨੂੰ ਗਗਨਦੀਪ ਸਿੰਘ ਅਨੰਦਪੁਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਅੱਜ ਦਿਨ ਵੀਰਵਾਰ 23 ਦਸੰਬਰ 2021 ਤੇ ਜਿਹੜੀ ਅੱਜ 9 ਪੋਹ ਦੀ ਹੈ ਨਾਨਕਸ਼ਾਹੀ ਦੇ ਹਿਸਾਬ ਨਾਲ 2021 ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡਾ ਲਾਈਵ ਪ੍ਰੋਗਰਾਮ ਹੈ। ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਸਾਡੇ ਨਾਲ ਕਾਲ ਤੇ ਜੁੜ ਸਕਦੇ ਹੋ, ਆਪਣੇ ਵਡਮੁੱਲੇ ਵਿਚਾਰ ਦੇ ਸਕਦੇ ਹੋ। ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਜਿਹੜੇ ਆ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰਕੇ ਜਿਹੜੇ ਆਪਣੇ ਸਵਾਲ ਵੀ ਲੈ ਸਕਦੇ ਹੋ। ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਸਾਕਾ ਸਰਹੰਦ ਦੇ ਨਾਲ ਸੰਬੰਧਿਤ ਚਮਕੌਰ ਦੀ ਗੜੀ ਦੇ ਨਾਲ ਸੰਬੰਧਿਤ ਜਿਹੜੇ ਪੰਦਰਵਾੜੇ ਸ਼ਹੀਦੀ ਪੰਦਰਵਾੜੇ ਆਰੰਭ ਕੀਤੇ ਗਏ ਨੇ ਤੇ ਕੱਲ ਉਹ ਗੁਰਦੁਆਰਾ ਅਟਕਸਰ ਸਾਹਿਬ ਯਾਨੀ ਮੋਰਿੰਡੇ ਦੇ ਵਿੱਚ ਜਿਹੜਾ ਆ ਉਹ ਉੱਥੇ ਗੁਰਮਤਿ ਦੀਵਾਨ ਸਜਾਏ ਗਏ, ਰਸ ਭਿੰਨੇ ਕੀਰਤਨ ਕੀਤੇ ਗਏ। ਅਨੇਕਾਂ ਹੀ ਸੰਗਤਾਂ ਵੱਲੋਂ ਉੱਥੇ ਜਿਹੜੀਆਂ ਸੰਗਤਾਂ ਨੇ ਨਤਮਸਤਕ ਹੋਈਆਂ ਨੇ। ਤੇ ਸ਼ਹੀਦੀ ਦਿਹਾੜੇ ਪੰਦਰਵਾੜੇ ਨੂੰ ਚੱਲਦੇ ਹੋਏ ਦੇਖਦਿਆਂ ਹੋਇਆਂ ਕਿ ਇਸ ਪ੍ਰੋਗਰਾਮ ਦਾ ਜਿਹੜਾ ਅਸੀਂ ਮੇਨ ਮੁੱਦਾ ਇਹ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਹੀ ਰੱਖਾਂਗੇ। ਤੇ ਇੱਕ ਬਾਕਮਾਲ ਜਿਹੜਾ ਇੱਕ ਪੰਕਤੀਆਂ ਲਿਖੀਆਂ ਹੋਈਆਂ ਨੇ ਸ਼ਾਇਰ ਵੱਲੋਂ ਕਿ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ, ਪਿਤਾ ਦਸ਼ਮੇਸ਼ ਜਦੋਂ ਚਾਈ ਚਾਈ ਆਉਣਗੇ, ਹਾਕਾ ਮਾਰ ਉਹਨਾਂ ਨੂੰ ਬੁਲਾਉਣਗੇ, ਰੁੱਸ ਗਈ ਏ ਇਹ ਬੜੀ ਬਹਾਰ ਨੂੰ, ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ। ਤੇ ਅਜੀਤ ਤੇ ਜੁਝਾਰ ਜਿਹੜੇ ਸਨ ਉਹ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਉਹ ਸ਼ਹੀਦ ਹੋ ਗਏ ਸਨ, ਸ਼ਹੀਦੀਆਂ ਪਾ ਗਏ ਸਨ। ਤੇ ਇੱਥੇ ਤੱਕ ਦਾ ਜਿਹੜਾ ਇਤਿਹਾਸ ਹੈ ਉਹ ਅਸੀਂ ਇੱਥੇ ਤੱਕ ਜਿਹੜਾ ਤੁਹਾਨੂੰ ਸਵਰਨ ਕਰਵਾਵਾਂਗੇ। ਤੇ ਜਿਹੜੇ ਸ਼ਹੀਦੀ ਪੰਦਰਵਾੜੇ ਆ ਉਹ ਉਸੇ ਤਰੀਕੇ ਦੇ ਨਾਲ ਜਿਹੜੇ ਚੱਲਦੇ ਨੇ ਤੇ ਉਹ ਜਿਹੜੇ ਨੇ 27 ਦਸੰਬਰ ਤੱਕ ਜਿਹੜਾ ਆ ਲਾਸਟ ਦੀਵਾਨ ਜਿਹੜਾ ਫਤਿਹਗੜ੍ਹ ਸਾਹਿਬ ਦਾ ਉਹ ਉੱਥੇ ਹੋਏਗਾ ਤੇ ਉੱਥੇ ਜਿਹੜੀ ਉਹਦੀ ਸਮਾਪਤੀ ਹੋਏਗੀ। ਤੇ ਅਸੀਂ ਅੱਜ ਸ਼ਹੀਦੀ ਸਮਾਗਮਾਂ ਦੇ ਸੰਬੰਧ ਵਿੱਚ ਇਹ ਪ੍ਰੋਗਰਾਮ ਲਿਖਿਆ ਆ ਤੇ ਇਸ ਵਿੱਚ ਅਸੀਂ ਸ਼ਹੀਦੀ ਸਮਾਗਮਾਂ ਦੇ ਸੰਬੰਧ ਵਿੱਚ ਹੀ ਜਿਹੜੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ। ਤੇ ਆਪ ਸਭ ਨੂੰ ਸੰਗਤਾਂ ਨੂੰ ਸਰੋਤਿਆਂ ਨੂੰ ਸਨੇਹਵਰ ਬੇਨਤੀ ਹੈ ਕਿ ਤੁਸੀਂ ਵੀ ਸਾਡੇ ਨਾਲ ਜੁੜ ਕੇ ਜਿਹੜੀ ਆ ਉਹ ਸੱਚੀ ਸ਼ਰਧਾਂਜਲੀ ਇਹ ਛੋਟੇ ਸਾਹਿਬਜ਼ਾਦਿਆਂ ਨੂੰ ਸਮੂਹ ਸ਼ਹੀਦਾਂ ਨੂੰ ਦੇ ਸਕਦੇ ਹੋ। ਆਓ ਮੈਂ ਤੁਹਾਨੂੰ ਮਿਲਾ ਦੇਵਾਂ ਜਿਹੜੇ ਅੱਜ ਦੇ ਸਾਡੇ ਮੁੱਖ ਮਹਿਮਾਨ ਸਾਡੇ ਨਾਲ ਇਸ ਸਟੂਡੀਓ 'ਚ ਜੁੜੇ ਨੇ। ਸਰਦਾਰ ਲਖਵੀਰ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਲਖਵੀਰ ਸਿੰਘ ਜੀ, ਜਿਹੜਾ ਸ਼ਹੀਦੀ ਪੰਦਰਵਾੜੇ ਚੱਲਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜੇ ਸਰਬੰਸ ਵਾਰ ਦਿੱਤਾ ਸਾਡੀ ਸਮੁੱਚੀ ਕੌਮ ਵਾਸਤੇ। ਇਸ ਤੋਂ ਪਹਿਲਾਂ ਜਿਹੜੇ ਬਾਲ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਨੂੰ ਸ਼ਹਾਦਤ ਦੇਣ ਲਈ ਵੀ ਪ੍ਰੇਰਿਆ ਸੀਗਾ। ਹਾਂਜੀ, ਸਾਡੇ ਨਾਲ ਪਹਿਲਾ ਕਾਲਰ ਕਾਲ ਤੇ ਨੇ, ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਗਗਨਦੀਪ ਸਿੰਘ ਜੀ ਤੁਹਾਨੂੰ ਤੇ ਤੁਹਾਡੇ ਬੜੇ ਸਤਿਕਾਰਯੋਗ ਮਹਿਮਾਨ ਸਰਦਾਰ ਲਖਵੀਰ ਸਿੰਘ ਜੀ ਉਹਨਾਂ ਨੂੰ ਬਲਿਹਾਰ ਸਿੰਘ ਰੰਧਾਵਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੰਧਾਵਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਹਾਂਜੀ, ਬਹੁਤ ਮਿਹਰਬਾਨੀ। ਮੈਂ ਪਹਿਲਾਂ ਕਾਲ ਤਾਂ ਲਾਈ ਆ, ਕੱਲ ਤੁਹਾਡਾ ਪ੍ਰੋਗਰਾਮ ਸੁਣਿਆ ਸੀ, ਤੁਹਾਡੇ ਨਾਲ ਆਏ ਸੀ ਡਾਕਟਰ ਖੁਸ਼ਹਾਲ ਸਿੰਘ ਹੋਰੀ। ਹਾਂਜੀ, ਤੇ ਉਹਨਾਂ ਨੇ ਜੋੜ ਮੇਲਿਆਂ ਉੱਤੇ PhD ਕੀਤੀ ਹੋਈ ਆ, ਉਹ ਕਾਫੀ ਜਾਣਕਾਰੀ ਦਿੰਦੇ ਸੀ। ਹਾਂਜੀ, ਤੇ ਮੈਂ ਤਾਂ ਪਹਿਲਾਂ ਸ਼ੁਰੂ ਕੱਲ ਮੈਂ ਕਰਨਾ ਸੀ ਫੋਨ, ਕਿਸੇ ਵਜ੍ਹਾ ਕਰਕੇ ਕਰ ਨਹੀਂ ਸਕਿਆ। ਹਾਂਜੀ ਹਾਂਜੀ ਜ਼ਰੂਰ। ਇਹਨਾਂ ਦੋ ਜੋੜ ਮੇਲਿਆਂ ਦੇ ਵਿੱਚ ਭਾਵਨਾਤਮਕ ਤੌਰ ਤੇ ਬਹੁਤ ਫਰਕ ਆ। ਹਾਂਜੀ, ਜਿਹੜਾ ਚਮਕੌਰ ਸਾਹਿਬ ਦਾ ਜੋੜ ਮੇਲਾ ਨਾ, ਉਹਨੂੰ ਅਸੀਂ ਜਕਾਰਿਆਂ 'ਚ ਕਰ ਸਕਦੇ ਆ, ਉਹਨੂੰ ਅਸੀਂ ਚੜ੍ਹਦੀ ਕਲਾ ਦੇ ਵਿੱਚ ਕਰਕੇ ਉੱਥੇ ਜਾ ਕੇ ਸਾਡਾ ਹੁੰਦਾ, ਕਿਉਂਕਿ ਉੱਥੇ ਜਰਨੈਲਾਂ ਨਾਲ ਭਿੜੇ ਸੀ। ਬੇਸ਼ੱਕ ਉਹਨਾਂ ਦੀ ਗਿਣਤੀ ਦਾ ਫਰਕ ਸੀ ਬਹੁਤ। ਹਾਂਜੀ, ਤੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਰੌਸ਼ਨੀ ਵਿੱਚ ਆਪਾਂ ਗੱਲ ਕਰਦੇ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀ ਮਾਰੇ ਪੈ ਬੱਗੇ ਸਾਖ ਖਸਮੇ ਪਰਸੋਈ। ਉੱਥੇ ਬੇਸ਼ੱਕ ਗਿਣਤੀ ਥੋੜੇ ਸੀ ਪਰ ਸਿਗੇ ਜੋਰਾਵਰ ਅੰਦਰੋਂ। ਹਾਂਜੀ, ਉਹ ਲੜ ਕੇ ਜੂਝ ਕੇ ਸਨਮੁਖ ਹੋ ਕੇ ਪੁਰਜਾ ਇਕੱਠ ਹੋ ਕੇ ਸ਼ਹੀਦ ਹੋਏ ਆ। ਉੱਥੇ ਹੋਰ ਭਾਵਨਾ ਸਾਡੀ ਜਿਹੜਾ ਸਰਹੰਦ ਦਾ ਹੈਗਾ ਫਤਿਹਗੜ੍ਹ ਸਾਹਿਬ ਦਾ ਜੋੜ, ਇਹਦੇ ਤੇ ਸਾਡੀ ਭਾਵਨਾਤਮਕ ਹੋ ਰਿਹਾ। ਜਗਦੀਸ਼ ਸਿੰਘ ਜੀ, ਇੱਥੇ 7 ਤੇ 9 ਸਾਲ ਦੀ ਉਮਰ ਦੇ 2 ਸਾਹਿਬਜ਼ਾਦੇ ਸ੍ਰੀ ਗੁਰੂ ਜੀ ਦੇ ਛੋਟੇ ਲਾਲ ਗਿਣੇ ਗਏ ਆ,
ਤੇ ਇੱਥੇ ਸਾਡੀ, ਕਿਉਂਕਿ ਮੈਂ ਦੋਨਾਂ ਜੋੜ ਮੇਲਿਆਂ 'ਚ ਜਦ ਮੈਂ ਜਾਂਦਾ ਸੀ, ਹੁਣ ਤਾਂ ਗਿਆ ਨਹੀਂ ਨਾ ਕਿਸੇ ਵਜ੍ਹਾ ਕਰਕੇ, ਸਿਹਤ ਨਹੀਂ ਠੀਕ ਦਾ 12 ਸਾਲ ਤੋਂ। ਹਾਂਜੀ ਹਾਂਜੀ। ਉਹਨਾਂ ਦਾ ਮੈਂ ਆਪ ਮਹਿਸੂਸ ਕੀਤਾ ਫਰਕ ਕਵੀ ਹੋਣ ਦੇ ਨਾਤੇ। ਹਾਂਜੀ। ਜਦ ਇੱਥੇ ਜਾਈਦਾ ਨਾ ਫਤਿਹਗੜ੍ਹ ਸਾਹਿਬ, ਜਿੱਥੇ ਸਰਹਿੰਦਿਆ ਨਾ ਕਾਂਧਿਆ, ਜਿੱਥੋਂ ਉੱਥੋਂ ਲੈ ਕੇ ਜੋਤੀ ਸਰੂਪ ਤੱਕ ਜਿਹੜੀਆਂ ਸੰਗਤਾਂ ਜਾਣੀਆਂ ਨਾ, ਜਿਹੜੀਆਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਮਗਰ ਨਾ ਸ਼ਬਦ ਗਾਉਂਦੀਆਂ, ਤੇ ਐਨ ਉਹਨਾਂ ਦੇ ਨੇਤਰ ਸਿਜਲ ਹੁੰਦੇ ਆ, ਹਿਰਦੇ ਦਰਬੇ ਹੋਏ ਹੁੰਦੇ ਆ। ਪਰ ਜਿਹੜੇ ਮਗਰ ਹੁੰਦੇ ਆ ਨਾ ਜੋੜ ਮੇਲੇ ਵਾਲੇ, ਮਾਫ ਕਰਨਾ ਮੇਰਾ ਬੜਾ, ਮੈਂ ਬਹੁਤ ਲਿਖਿਆ, ਆਰਟੀਕਲ ਬੜੇ ਲਿਖੇ ਇਹਦੇ ਉੱਤੇ, ਵੀ ਮਹਿਸੂਸ ਕਰੋ ਇਹ ਉਹ ਰਸਤਾ ਆ ਜਿੱਥੇ ਇੱਕ ਸਰੋਤ ਕਹਿੰਦਾ ਵੀ 3 ਸਰੀਰ ਲਿਜਾਣ ਲਈ ਉੱਥੇ ਪੂਰੇ ਹੈਨਾ ਸੀ ਬੰਦੇ, ਤੇ ਇੱਕ ਰੇੜੇ ਉੱਤੇ ਰੱਖ ਕੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਸਰੀਰ, ਤੇ ਉਹਨਾਂ ਰੇੜੇ ਨੂੰ ਲਗਾਏ ਤੱਕ। ਮੈਂ ਲਿਖਿਆ ਇਹਦੇ ਤੇ ਬਹੁਤ, ਇਹਦੇ ਤੇ ਫੇਰ ਗੱਲ ਕਰੂੰਗਾ ਮੈਂ। ਤੇ ਉਹ ਮਹਿਸੂਸ ਕਰੋ ਇਧਰੋਂ ਦੀ ਸਾਡੇ ਪਾਕ ਪਵਿੱਤਰ ਸਰੀਰ ਮਾਤਾ ਗੁਜਰੀ ਤੇ 2 ਛੋਟੇ ਸਾਹਿਬਜ਼ਾਦਿਆਂ ਦਾ ਸਰੀਰ ਰੇੜੇ ਤੇ ਰੱਖ ਕੇ ਲਗਾਏ ਸੀ। ਰੇੜਾ ਚੀਖਿਆ ਮਾਤਮੀ ਡਗਰ ਉੱਤੇ, ਸੁਣ ਕੇ ਭੁੱਬਾਂ ਦਸਦਿਆਂ ਮਾਰੀਆਂ ਨੀ, ਇਹੋ ਜਿਹਾ ਜਨਾਜ਼ਾ ਨਹੀਂ ਕਦੇ ਡਿੱਠਾ, ਦੱਸੋ ਕਿਹਦੀਆਂ ਸ਼ਾਹੀ ਸਵਾਰੀਆਂ ਨਹੀਂ। ਉੱਥੇ ਤਾਂ ਭੁੱਬਾਂ ਮਾਰੀਆਂ ਸੀ ਧਰਤੀ ਨੇ ਵੀ ਤੇ ਅਸਮਾਨ ਨੇ ਵੀ, ਤੇ ਅਸੀਂ ਉੱਥੇ ਸ਼ਹਿਨਾਈਆਂ ਵਜਾਈਏ, ਅਸੀਂ ਉੱਥੇ ਬਾਹਰ ਜਾ ਕੇ ਮੇਲਿਆਂ ਵਾਂਗੂ ਧਮੱਚੜ ਪਾਈਏ। ਸ਼ੋਭਾ ਨਹੀਂ ਦਿੰਦਾ। ਮੈਂ ਗਗਨਦੀਪ ਸਿੰਘ ਜੀ, ਮੈਂ ਅੰਦਰੋਂ ਵੱਢ ਹੋ ਕੇ ਲੇਖ ਲਿਖੇ ਆਏ, ਛਪੇ ਆਓ। ਤੇ ਕੁਝ ਲੋਕ ਸੀ ਜਿਹੜੇ ਮੈਂ ਵੱਡਿਆਂ ਲੀਡਰਾਂ ਨੂੰ ਪਾਲਕੀ 'ਚ ਬਹਿ ਕੇ ਫੋਟੋਆਂ ਖਿਚਾਉਂਦੇ, ਕੈਮਰਿਆਂ ਵੱਲ ਦੇਖਦੇ ਝਾਕਦੇ ਦੇਖਿਆ, ਨਾਂ ਲੈ ਕੇ ਉਹਨਾਂ ਦੇ, ਉਹਨਾਂ ਵੱਡਿਆਂ ਲੀਡਰਾਂ ਦੇ 9 ਧਾਰਮਿਕ ਆਗੂ ਵੀ ਸੀਗੇ ਉਹ, ਤੇ ਮੁੜ ਕੇ ਅਗਲੇ ਸਾਲ ਉਹ ਬੈਠ ਨਹੀਂ ਸਕੇ, ਉਹਨਾਂ ਨੇ ਮਾਫੀ ਮੰਗੀ। ਸੋ ਮੇਰਾ ਕਹਿਣ ਤੋਂ ਭਾਵ ਆ, 2 ਜੋੜ ਮੇਲਿਆਂ ਦੀ ਸਾਡੀ ਜਦ ਭਾਵਨਾ ਵੱਖਰੀ ਵੱਖਰੀ ਹੁੰਦੀ ਆ। ਮੈਂ ਆ ਸਰਹਿੰਦ ਵਾਲੇ, ਮਾਫ ਕਰਨਾ ਮਹਿਮਾਨ ਜੀ ਤੋਂ, ਮੈਂ ਜਿਹੜਾ ਸਰਹਿੰਦ ਵਾਲਾ ਨੀਆਂ ਦੇ ਵਿੱਚ ਖੜੇ ਸਾਹਿਬਜ਼ਾਦਿਆਂ ਦਾ ਕੀ ਹੋਇਆ ਉਹਨਾਂ ਬਾਰੇ ਕਵੀ ਆ ਇੱਕ, ਮੈਂ ਗਗਨਦੀਪ ਸਿੰਘ ਜੀ, ਤੁਹਾਡੀ ਆਗਿਆ ਦੇ ਨਾਲ ਮੈਂ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ। ਉਹ ਹੈਗਾ ਤੇ ਅੱਲਾ ਵਾਲਿਓ ਕਿਆਮਤ ਦੀ ਘੜੀ ਤੌਬਾ। ਹਾਂਜੀ। ਅੱਲਾ ਵਾਲਿਓ ਕਿਆਮਤ ਦੀ ਘੜੀ ਤੌਬਾ, ਕਦੇ ਨਹੀਂ ਹੋਇਆ ਜੋ ਅੱਜ ਹੋ ਰਿਹਾ ਏ। ਓਏ ਖੌਫ ਜ਼ਦਾ ਸਰਹਿੰਦ ਦੇ ਗਲੀ ਕੂਚੇ, ਕੋਈ ਰੂੜੀਆਂ ਤੇ ਕੁੱਤਾ ਰੋ ਰਿਹਾ ਏ। ਬਿਲਕੁਲ। ਅੱਲਾ ਵਾਲਿਓ ਕਿਆਮਤ ਦੀ ਘੜੀ ਤੌਬਾ, ਕਦੇ ਨਹੀਂ ਹੋਇਆ ਜੋ ਅੱਜ ਹੋ ਰਿਹਾ ਏ। ਖੌਫ ਜ਼ਦਾ ਸਰਹਿੰਦ ਦੇ ਗਲੀ ਕੂਚੇ, ਕੋਈ ਰੂੜੀਆਂ ਤੇ ਕੁੱਤਾ ਰੋ ਰਿਹਾ ਏ। ਲੌਡੇ ਵੇਲੇ ਬਲਾਵਾਂ ਨੇ ਵਾਂਗ ਦਿੱਤੀ, ਲੌਡੇ ਵੇਲੇ ਬਲਾਵਾਂ ਨੇ ਵਾਂਗ ਦਿੱਤੀ। ਸੂਰਜ ਡੁੱਬਣੇ ਲਈ ਤਰਲੇ ਢੋ ਰਿਹਾ ਏ। ਉਹ ਭਾਹੀ ਵਲਦਿਆਂ ਰੋਹੀ ਦੇ ਰੁੱਖ ਹੇਠਾਂ, ਕਾਜੀ ਹੱਕ ਦੇ ਹਾਸ਼ੀਏ ਧੋ ਰਿਹਾ ਏ। ਭਾਹੀ ਵਲਦਿਆਂ ਰੋਹੀ ਦੇ ਰੁੱਖ ਹੇਠਾਂ, ਕਾਜੀ ਹੱਕ ਦੇ ਹਾਸ਼ੀਏ ਧੋ ਰਿਹਾ ਏ। ਕੁਫਰ ਟੁੱਟਾ ਖੁਦਾ ਕਰਕੇ, ਕਾਨੀ ਵਾਲਿਆ ਆ ਵੇਖ ਕੀ ਹੋ ਰਿਹਾ ਏ। ਉਹ ਸ਼ੁਰਿਆਂ ਨਾਲ ਜਲਾਦਾਂ ਨੇ ਜ਼ਿਬਾ ਕੀਤੇ, ਸਾਹਿਬਜ਼ਾਦਿਆਂ ਦਾ ਲਹੂ ਚੋ ਰਿਹਾ ਏ। ਵਾਹਿਗੁਰੂ ਜੀ। ਕੁਫਰ ਟੁੱਟਾ ਖੁਦਾ ਕਰਕੇ, ਕਾਨੀ ਵਾਲਿਆ ਆ ਵੇਖ ਕੀ ਹੋ ਰਿਹਾ ਏ। ਕਾਨੀ ਵਾਲਿਆ ਆ ਵੇਖ ਕੀ ਹੋ ਰਿਹਾ ਏ। ਉਹ ਸ਼ੁਰਿਆਂ ਨਾਲ ਜਲਾਦਾਂ ਨੇ ਜ਼ਿਬਾ ਕੀਤੇ, ਸਾਹਿਬਜ਼ਾਦਿਆਂ ਦਾ ਲਹੂ ਚੋ ਰਿਹਾ ਏ। ਸਾਹਿਬਜ਼ਾਦਿਆਂ ਦਾ ਲਹੂ ਚੋ ਰਿਹਾ ਏ। ਗਗਨਦੀਪ ਸਿੰਘ ਜੀ, ਇਹ ਫੁੱਟ ਕੇ ਕਾਲਜਾ ਵੱਢ ਹੋ ਕੇ ਅੰਦਰੋਂ ਨਜ਼ਮਾਂ ਲਿਖੀਆਂ ਮੈਂ, ਲੰਬੀਆਂ ਨਜ਼ਮਾਂ। ਮੈਂ ਸਮਾਂ ਤੁਹਾਡਾ ਇੰਨਾ ਕਿਰਣਾ ਕਿ ਮਹਿਮਾਨ ਜੀ ਆਏ ਆ ਸਤਿਕਾਰਯੋਗ, ਇਹਨਾਂ ਨੂੰ ਸੁਣਨਾ। ਤੇ ਕੱਲ ਭੋਗਲ ਸਾਹਿਬ ਨੇ ਬਹੁਤ ਵਧੀਆ ਨਜ਼ਮ ਪੜ੍ਹੀ ਸੀ, ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ। ਤੇ ਇੰਨੀ ਮੇਰੀ ਹਾਜ਼ਰੀ ਪ੍ਰਵਾਨ ਕਰਿਓ, ਕਿਤੇ ਫੇਰ ਸਮਾਂ ਮਿਲਿਆ ਇਹਦੇ ਉੱਤੇ ਮੈਂ ਖੁੱਲ ਕੇ ਬੋਲੂੰਗਾ। ਆਗਿਆ ਦਿਓ ਮੈਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਤੁਹਾਡਾ ਰੰਧਾਵਾ ਸਾਹਿਬ ਜੀ, ਜਿਹੜਾ ਸਾਡੇ ਇੱਥੇ ਸ਼ੋਅ ਦੇ ਵਿੱਚ ਜੁੜੇ ਨੇ, ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਆ ਉਹ ਚਮਕੌਰ ਦੀ ਗੜੀ ਦੇ ਸਮੂਹ ਸਿੰਘਾਂ ਨੂੰ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੂੰ ਜਿਹੜੀ ਆ ਉਹ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ, ਸੱਚੀ ਜਿਹੜੀ ਸ਼ਰਧਾਂਜਲੀ ਕੀਤੀ ਹੈ। ਤੇ ਹੁਣ ਅਸੀਂ ਗੱਲਬਾਤ ਕਰਾਂਗੇ ਸਰਦਾਰ ਲਖਵੀਰ ਸਿੰਘ ਜੀ, ਜੋ ਸਾਡੇ ਨਾਲ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸ਼ਹਿਰ ਪਟਿਆਲਾ ਤੋਂ ਪ੍ਰਚਾਰਕ ਨੇ। ਅਸੀਂ ਉਹਨਾਂ ਦੇ ਨਾਲ ਜਿਹੜੀਆਂ ਇਸ ਇਤਿਹਾਸ ਦੇ ਉੱਤੇ ਵਿਚਾਰਾਂ ਜਿਹੜੀਆਂ ਉਹ ਕਰਾਂਗੇ। ਹਾਂਜੀ, ਬਹੁਤ ਵਧੀਆ ਭਾਈ ਸਾਹਿਬ ਜੀ ਨੇ ਕਾਲ ਲਾ ਕੇ ਗੱਲ ਕੀਤੀ ਹੈ।
ਸਭ ਤੋਂ ਅਹਿਮ ਗੱਲ ਹੈ ਜੀ ਕਿ ਉਹਨਾਂ ਨੇ ਮਾਹੌਲ ਦੀ ਗੱਲ ਕੀਤੀ ਹੈ ਵੀ ਜਿਹੜਾ ਮਾਹੌਲ ਸਿਰਜਿਆ ਜਾਣਾ ਆਪਣੇ ਜੋੜ ਮੇਲੇ, ਸਾਕਾ ਚਮਕੌਰ, ਸਾਕਾ ਸਰਹੰਦ, ਉਹ ਮਾਹੌਲ ਸਿਰਜਿਆ ਨਹੀਂ ਜਾ ਰਿਹਾ। ਹਾਂਜੀ, ਇੱਕ ਪਾਸੇ ਆਪਾਂ ਇਤਿਹਾਸ ਪੜ੍ਹਦੇ ਹਾਂ, ਇਤਿਹਾਸ ਦੇ ਪੱਤਰਿਆਂ ਨੂੰ ਜਦੋਂ ਪੜ੍ਹਦੇ ਹਾਂ ਤੇ ਵਿੱਚ ਲਿਖਿਆ ਹੁੰਦਾ ਹੈ ਹਾਂਜੀ ਵੀ 7-8 ਮਹੀਨਿਆਂ ਦਾ ਘੇਰਾ। ਹਾਂਜੀ, ਕੁਝ ਦਿਨਾਂ ਬਾਅਦ ਲੰਗਰ ਪ੍ਰਸ਼ਾਦਾ ਰਾਸ਼ਨ ਖਤਮ ਹੋ ਗਿਆ। ਉਸ ਕਿਲੇ ਦੇ ਵਿੱਚ ਜਿਹੜੇ ਘੇਰੇਬੰਦੀ ਦੇ ਵਿੱਚ ਨੇ ਰਹਿਣ ਵਾਲੇ ਨੇ ਬੱਚੇ ਬਜ਼ੁਰਗ ਸਾਰੀ ਉਮਰਾਂ ਦੇ। ਹਾਂਜੀ, ਤੇ ਫਿਰ ਜਦੋਂ ਰਾਸ਼ਨ ਖਤਮ ਹੋ ਗਿਆ, ਖਾਣ ਦੀ ਖੁਰਾਕ ਖਤਮ ਹੋ ਗਈ, ਉਹ ਤੋਂ ਬਾਅਦ ਕੁਝ ਸਮੇਂ ਬਾਅਦ ਉੱਥੇ ਫਿਰ ਸਿੱਖਾਂ ਨੇ ਜਿਹੜੇ ਦਰਖਤਾਂ ਦੇ ਪੱਤੇ ਖਾਣ ਦਾ ਜ਼ਿਕਰ, ਹਾਥੀ ਘੋੜੇ ਭੁੱਖੇ ਪਿਆਸੇ ਬਹੁਤ ਲੰਮਾ ਸਮਾਂ ਜਦੋਂ ਰਹੇ ਫਿਰ ਉਹ ਮਰ ਗਏ। ਫਿਰ ਦਰਖਤਾਂ ਦੀ ਛਿੱਲੜ ਖਾਣ ਦਾ ਜ਼ਿਕਰ ਮਿਲਦਾ ਹੈ ਵੀ ਇਹ ਹਾਲਾਤ ਨੇ। ਤੇ ਅੱਜ ਆਪਾਂ ਜਦੋਂ ਜਾਂਦੇ ਹਾਂ ਤੇ ਉੱਥੇ ਨੌਜਵਾਨਾਂ 'ਚ ਇੱਕੋ ਜੋਸ਼ ਹੈ, ਜ਼ਬਰਦਸਤੀ ਖਿੱਚ ਕੇ ਆਓ ਜੀ ਸਰਸੋਂ ਦਾ ਸਾਗ, ਹਾਂਜੀ ਆਓ ਜੀ ਬਦਾਮਾਂ ਵਾਲੀ ਖੀਰ, ਹਾਂਜੀ ਆਓ ਜੀ ਇੱਥੇ ਪਨੀਰ ਵਾਲੀਆਂ ਵਧੀਆ ਵਧੀਆ ਕਿਸਮਾਂ ਆਈਟਮਾਂ, ਸਾਰਾ ਕੁਝ ਇਹ ਜ਼ੋਰ ਆ। ਹਾਂਜੀ, ਦੇਖੋ ਇੰਨੀਆਂ ਸੰਗਤਾਂ ਆ ਰਹੀਆਂ ਨੇ, ਦੂਰ ਦਰੇਡੇ ਤੋਂ ਆ ਰਹੀ ਨੇ, ਲੰਗਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਹਾਂਜੀ ਬਿਲਕੁਲ। ਪਰ ਜਿਹੜੀ ਆਪਾਂ ਅਹਿਮ ਗੱਲ ਕਰ ਰਹੇ ਹਾਂ, ਜਿਹੜੀ ਗੱਲ ਕੀਤੀ ਗਈ ਸੀ ਭਾਈ ਸਾਹਿਬ ਵੱਲੋਂ ਮਾਹੌਲ ਸਿਰਜਣ ਦੀ, ਉਹ ਮਾਹੌਲ ਨਹੀਂ ਮਿਲਦਾ। ਇੱਕ ਗੁਰਬਾਣੀ ਦਾ ਵਾਕ ਹੈ, ਕਿਉਂਕਿ ਇਤਿਹਾਸ ਨੂੰ ਆਪਾਂ ਗੁਰਬਾਣੀ ਦੇ ਨਾਲ ਲੈ ਕੇ ਚੱਲਾਂਗੇ। ਬਿਲਕੁਲ ਜੀ। ਕੜਛੀਆਂ ਫਿਰਨ ਸੁਆਉਣਾ ਜਾਣਨ ਸੁਨੀਆਂ, ਵੀ ਜਿਹੜੀ ਕੜਛੀ ਹੈ ਉਹ ਕੁੱਕਰ ਦੇ ਵਿੱਚ ਸਭ ਤੋਂ ਪਹਿਲਾਂ ਘੀ ਦੇ ਨਾਲ ਜਾਂ ਤੇਲ ਦੇ ਨਾਲ ਪਾ ਦਿੱਤੀ ਜਾਂਦੀ ਹੈ। ਉਹ ਤੋਂ ਬਾਅਦ ਵਿੱਚ ਤੜਕਾ ਤਿਆਰ ਕੀਤਾ ਜਾਂਦਾ, ਪਿਆਜ਼ ਲਸਣ ਅਦਰਕ ਜਿਹਨੇ ਜੋ ਪਾਣਾ, ਫਿਰ ਸਬਜ਼ੀ ਪਾਈ ਜਾਂਦੀ ਹੈ। ਹਾਂਜੀ, ਸਾਰਾ ਤਿਆਰ। ਕਾਲਰ ਕਾਲ ਤੇ ਨੇ ਲਖਵੀਰ ਸਿੰਘ ਜੀ, ਅਸੀਂ ਉਹਨਾਂ ਦੇ ਨਾਲ ਪਹਿਲਾਂ ਗੱਲ ਕਰਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਗਨਦੀਪ ਸਿੰਘ ਜੀ, ਤੁਹਾਨੂੰ ਦੋਨਾਂ ਵੀਰਾਂ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੋਗਲ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਰੋਜ਼ਾਨਾ ਵਾਂਗ ਤੁਹਾਡੀ ਜਿਹੜੀ ਹਾਜ਼ਰੀ ਇਸ ਪ੍ਰੋਗਰਾਮ ਵਿੱਚ ਲੱਗ ਰਹੀ ਹੈ ਜੀ। ਹਾਂਜੀ ਗਗਨਦੀਪ ਸਿੰਘ ਜੀ, ਬਹੁਤ ਧੰਨਵਾਦ ਪਹਿਲਾਂ ਤੁਹਾਡਾ ਸਾਰਿਆਂ ਦਾ ਜਿਹੜਾ ਪ੍ਰੋਗਰਾਮ ਦੇ ਰਹੇ ਹੋ, ਤੇ ਇਹ ਸਾਰਾ ਹਫਤਾ ਦੇਣਾ ਵੀ ਆ ਤੁਸੀਂ, ਤੇ ਇੱਕਦਮ ਟੈਲੀ ਲਾ ਕੇ ਬੈਠ ਜਾਈਦੇ। ਸਾਡੇ ਵੀਰ ਰੰਧਾਵਾ ਸਾਹਿਬ ਬੜੇ ਤਕੜੇ ਬੁਲਾਰੇ ਨੇ, ਬੜੇ ਤਕੜੇ ਰਾਈਟਰ ਨੇ, ਤੇ ਉਹਨਾਂ ਕੋਲ ਬੜਾ ਕੁਛ ਹੁੰਦਾ ਕਹਿਣ ਨੂੰ। ਉਹਨਾਂ ਨੇ ਮਹਾਕਾਵ ਲਿਖ ਛੱਡੇ ਨੇ, ਪਰ ਸਮਾਂ ਸੀਮਿਤ ਹੋਣ ਕਰਕੇ ਉਹ ਹਾਜ਼ਰੀ ਲਵਾ ਜਾਂਦੇ ਨੇ, ਤੇ ਉਹਨਾਂ ਦਾ ਦੇਣ ਵੀ ਆਪਾਂ ਨਹੀਂ ਦੇ ਸਕਦੇ। ਬਿਲਕੁਲ ਜੀ। ਤੇ ਆਪਾਂ ਗਗਨਦੀਪ ਸਿੰਘ ਜੀ, ਸਮਾਂ ਮੈਂ ਵੀ ਥੋੜਾ ਲੈਣਾ, ਪਰ ਜਿਵੇਂ ਉਹ ਕਹਿ ਕੇ ਗਏ ਨੇ, ਟੁੱਟੇ ਦਿਲ ਨਾਲ ਅੰਦਰੋਂ ਸਾਰਾ ਕੁਝ ਬੋਲੀ ਦਾ ਲਿਖੀ ਦਾ, ਤੇ ਜੇ ਮੇਰੇ ਕੋਲ ਅੱਗੇ ਪਿੱਛੇ ਕੋਈ ਸ਼ਬਦ ਬੋਲੇ ਗਿਆ ਮੈਨੂੰ ਖਿਮਾ ਕਰ ਦੇਣੀ, ਕਿਉਂਕਿ ਅੰਦਰੋਂ ਬਾਹਰੋਂ ਜਿੱਦਾਂ ਦੀ ਮਰਜ਼ੀ ਲੱਗੀ ਪਰ ਅੰਦਰ ਸਾਡਾ ਵਾਕਿਆ ਧੱਕ ਧੱਕ ਕਰਦਾ ਪਿਆ। ਹਾਂਜੀ ਹਾਂਜੀ ਭੋਗਲ ਸਾਹਿਬ ਜੀ, ਗੁਰੂ ਤੇ ਜਿਹੜੀ ਸੰਗਤ ਹੈ ਬਖਸ਼ਣਯੋਗ ਹੈ ਤੇ ਜ਼ਰੂਰ ਬਖਸ਼ੇਗੀ, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਆ ਤੇ ਖਿਨ ਖਿਨ ਭੁੱਲਣਹਾਰ ਹੈ। ਗੁਰੂ ਤੇ ਸੰਗਤ ਜ਼ਰੂਰ ਬਖਸ਼ਦੀ ਹੈ। ਤੇ ਗਗਨਦੀਪ ਸਿੰਘ ਜੀ, ਮੈਂ ਇੱਥੋਂ ਇੱਕ ਛੋਟੀ ਜਿਹੀ ਨਜ਼ਮ ਪੇਸ਼ ਕਰਨੀ ਹੈ। ਨਿੱਕੀਆਂ ਜਿੰਦਾਂ ਜਦੋਂ ਉਹਨਾਂ ਨੂੰ ਸੂਬਾ ਬੁਲਾਉਣ ਲੱਗਾ ਨਾ ਆਪਣੇ ਕੋਲ, ਹਾਂਜੀ ਹਾਂਜੀ, ਤੇ ਉਹਨਾਂ ਵਿੱਚ ਜਿਹੜੀ ਗੱਲਬਾਤ ਹੋਈ ਆ ਛੋਟੇ ਸਾਹਿਬਜ਼ਾਦਿਆਂ ਤੇ ਆਪਣੇ ਸੂਬੇ ਦੇ ਵਿੱਚ, ਉਹ ਤੇ ਮੈਂ 2-3 ਬੰਦ ਬੋਲ ਕੇ ਤੁਹਾਤੋਂ ਖਿਮਾ ਲੈ ਲੈਣੀ ਆ। ਬਿਲਕੁਲ ਜੀ ਬਿਲਕੁਲ। ਗਗਨਦੀਪ ਸਿੰਘ ਜੀ, ਲਿਖਿਆ ਬਈ ਸੂਬੇ ਆਖਿਆ ਇਸਲਾਮ ਕਬੂਲ ਕਰ ਲਓ। ਹਾਂਜੀ, ਸੂਬੇ ਆਖਿਆ ਇਸਲਾਮ ਕਬੂਲ ਕਰ ਲਓ, ਨਹੀਂ ਤੇ ਟੋਟੇ ਟੋਟੇ ਦਿਆਂਗਾ ਕਰ ਬੀਬਾ, ਜੀਵਨ ਜਿਉ ਠਾਠ ਬਾਠ ਵਾਲਾ, ਘਰ ਦੌਲਤ ਨਾਲ ਦਿਆਂਗਾ ਭਰ ਬੀਬਾ। ਸੂਬੇ ਆਖਿਆ ਇਸਲਾਮ ਕਬੂਲ ਕਰ ਲਓ, ਨਹੀਂ ਤੇ ਟੋਟੇ ਟੋਟੇ ਦਿਆਂਗਾ ਕਰ ਬੀਬਾ, ਓਏ ਜੀਵਨ ਜਿਉ ਠਾਠ ਬਾਠ ਵਾਲਾ, ਘਰ ਦੌਲਤ ਨਾਲ ਦਿਆਂਗਾ ਭਰ ਬੀਬਾ। ਬਈ ਮੂੰਹ ਮੰਗੀਆਂ ਮੁਰਾਦਾਂ ਮਹਾਲ ਮੁਗਲ ਰਾਜ ਦੇਵੇ, ਹਾਂਜੀ, ਮੂੰਹ ਮੰਗੀਆਂ ਮੁਰਾਦਾਂ ਮੁਗਲ ਰਾਜ ਦੇਵੇ, ਇਸ ਗੱਲ ਨੂੰ ਰੱਖਿਓ ਯਾਦ ਬੀਬਾ, ਵੇਲਾ ਲੰਘਿਆ ਕਦੇ ਨਾ ਹੱਥ ਆਵੇ, ਨਾ ਫਿਰ ਸੁਣਾਂਗਾ ਦਾਦ ਫਰਿਆਦ ਬੀਬਾ। ਓਏ ਵੇਲਾ ਲੰਘਿਆ ਕਦੇ ਨਾ ਹੱਥ ਆਵੇ, ਨਾ ਫਿਰ ਸੁਣਾਂਗਾ ਦਾਦ ਫਰਿਆਦ ਬੀਬਾ। ਤੇ ਅੱਗੇ ਬੀਬਾ ਜੀ ਕੀ ਕਹਿੰਦੇ ਨੇ, ਨਿੱਕੀਆਂ ਜਿੰਦਾਂ ਕੀ ਕਹਿੰਦੀਆਂ ਨੇ ਗਗਨਦੀਪ ਜੀ? ਹਾਂਜੀ, ਉਹ ਕਹਿੰਦੇ ਅਸੀਂ ਪੁੱਤ ਹਾਂ ਗੁਰੂ ਦਸ਼ਮੇਸ਼ ਜੀ ਦੇ, ਅਸੀਂ ਪੁੱਤ ਹਾਂ ਗੁਰੂ ਦਸ਼ਮੇਸ਼ ਜੀ ਦੇ, ਵੇਖੀ ਜਿੱਤੀ ਬਾਜ਼ੀ ਹਾਰੇਗਾ ਤੂੰ ਸੂਬੇ, ਜਿਹੜੇ ਪਹਿਲਾਂ ਹੀ ਸੀਸ ਤਈ ਤੇ ਧਰੀ ਫਿਰਦੇ, ਕੀ ਉਹਨਾਂ ਦਾ ਮਾਰੇਗਾ ਤੂੰ ਸੂਬੇ। ਹਾਂਜੀ ਬਿਲਕੁਲ।
ਅਸੀਂ ਪੁੱਤ ਹਾਂ ਗੁਰੂ ਦਸ਼ਮੇਸ਼ ਜੀ ਦੇ, ਵੇਖੀ ਜਿੱਤੀ ਬਾਜ਼ੀ ਹਾਰੇਗਾ ਤੂੰ ਸੂਬੇ। ਜਿਹੜੇ ਪਹਿਲਾਂ ਹੀ ਸੀਸ ਤਰੀ ਤੇ ਧਰੀ ਫਿਰਦੇ, ਕੀ ਉਹਨਾਂ ਦਾ ਮਾਰੇਗਾ ਤੂੰ ਸੂਬੇ। ਬਈ ਝੂਠੇ ਬਾਦਸ਼ਾਹ ਅੱਗੇ ਝੁਕਣ ਦੇ ਨਹੀਂ ਆਦੀ, ਝੂਠੇ ਬਾਦਸ਼ਾਹ ਅੱਗੇ ਝੁਕਣ ਦੇ ਨਹੀਂ ਆਦੀ, ਝੂਠੀ ਹੁੰਦੀ ਏ ਉਹਦੀ ਗੱਤ ਸੂਬੇ। ਓਏ ਸੱਚੇ ਪਾਤਸ਼ਾਹ ਦਾ ਹੁਕਮ ਕਬੂਲ ਕਰੀਏ, ਉਹਦੇ ਹੱਥ ਹੈ ਸਾਡੀ ਪੱਤ ਸੂਬੇ। ਓਏ ਸੱਚੇ ਪਾਤਸ਼ਾਹ ਦਾ ਹੁਕਮ ਕਬੂਲ ਕਰੀਏ, ਉਹਦੇ ਹੱਥ ਹੈ ਸਾਡੀ ਪੱਤ ਸੂਬੇ। ਯਾਦ ਰੱਖੀ ਉਹਦੇ ਹੱਥ ਹੈ ਸਾਡੀ ਪੱਤ ਸੂਬੇ। ਬਿਲਕੁਲ ਜੀ ਬਿਲਕੁਲ। ਅੱਗੋਂ ਫੇਰ ਬੋਲਿਆ ਜੀ ਵੀ ਜਦੋਂ ਪਾਪੀ ਦੀ ਗਈ ਨਾ ਪੇਸ਼ ਕੋਈ, ਜਦੋਂ ਪਾਪੀ ਦੀ ਗਈ ਨਾ ਪੇਸ਼ ਕੋਈ, ਫਤਵਾ ਲਾਲਾਂ ਲਈ ਲਿਆ ਪੜਵਾ ਸੂਬੇ। ਪੱਕੀ ਕੰਧ ਵਿੱਚ ਚੜਨ ਦਾ ਹੁਕਮ ਦੇ ਕੇ ਕੱਚੀਆਂ ਕਲੀਆਂ ਨੂੰ ਦਿੱਤਾ ਮੁਕਾ ਸੂਬੇ। ਜਦੋਂ ਪਾਪੀ ਦੀ ਗਈ ਨਾ ਪੇਸ਼ ਕੋਈ, ਫਤਵਾ ਲਾਲਾਂ ਲਈ ਲਿਆ ਪੜਵਾ ਸੂਬੇ। ਓਏ ਪੱਕੀ ਕੰਧ ਵਿੱਚ ਚੜਨ ਦਾ ਹੁਕਮ ਦੇ ਕੇ ਕੱਚੀਆਂ ਕਲੀਆਂ ਨੂੰ ਦਿੱਤਾ ਮੁਕਾ ਸੂਬੇ। ਬਈ ਪੁਲੰਦਾ ਝੂਠ ਦਾ ਸੁੱਚਾ ਆਨੰਦ ਹੈ ਸੀ, ਪੁਲੰਦਾ ਝੂਠ ਦਾ ਸੁੱਚਾ ਆਨੰਦ ਹੈ ਸੀ। ਬਾਤ ਸੱਪਾਂ ਦੀ ਉਹਨੇ ਸੁਣਾਈ ਸੂਬੇ। ਨਵਾਬ ਸ਼ੇਰ ਮੁਹੰਮਦ ਢਾਰ ਸ਼ੇਰ ਹਾਏ, ਲਾਹਨਤ ਕਹਿਰਾਂ ਦੀ ਸਿਰ ਪਾਈ ਸੂਬੇ। ਨਵਾਬ ਸ਼ੇਰ ਮੁਹੰਮਦ ਢਾਰ ਸ਼ੇਰ ਆਏ, ਲਾਹਨਤ ਕਹਿਰਾਂ ਦੀ ਸਿਰ ਪਾਈ ਸੂਬੇ। ਵੇਖੋ ਲਾਹਨਤ ਕਹਿਰਾਂ ਦੀ ਸਿਰ ਪਾਈ ਸੂਬੇ। ਹਾਂਜੀ ਗਗਨਦੀਪ ਜੀ ਆਖਰੀ ਬੰਦ ਬੋਲ ਕੇ ਤੁਹਾਡੇ ਖਿਮਾ ਜੀ। ਆ ਦੇਖੋ ਸੱਚੀ ਨਹੀਂ ਬੋਲ ਹੁੰਦਾ ਬਈ 7-9 ਸਾਲ ਦੀ ਕਿਹੜੀ ਕੋਈ ਉਮਰ ਹੁੰਦੀ, 7-9 ਸਾਲ ਦੀ ਕਿਹੜੀ ਕੋਈ ਉਮਰ ਹੁੰਦੀ। ਸ਼ਕਤੀ ਅਮਰ ਦੀ ਲੋਕਾਂ ਸ਼ਰੇਆਮ ਤੱਕੀ। ਓਏ ਖੁਦੀ ਤਕੱਬਰ ਨਾਲ ਫਿਰਦੇ ਸੀ ਭਰੇ ਜਿਹੜੇ, ਸ਼ਕਤੀ ਉਹਨਾਂ ਦੀ ਹੁੰਦੀ ਨਾਕਾਮ ਤੱਕੀ। ਬਿਲਕੁਲ ਜੀ। 7-9 ਸਾਲ ਦੀ ਕਿਹੜੀ ਕੋਈ ਉਮਰ ਹੁੰਦੀ, ਸ਼ਕਤੀ ਅਮਰ ਦੀ ਲੋਕਾਂ ਸ਼ਰੇਆਮ ਤੱਕੀ। ਓਏ ਖੁਦੀ ਤਕੱਬਰ ਨਾਲ ਫਿਰਦੇ ਸੀ ਭਰੇ ਜਿਹੜੇ, ਸ਼ਕਤੀ ਉਹਨਾਂ ਦੀ ਹੁੰਦੀ ਨਾਕਾਮ ਤੱਕੀ। ਬਈ ਸੁਨਹਿਰੀ ਅੱਖਰਾਂ ਨਾਲ ਲਿਖ ਇਤਿਹਾਸ ਦਿੱਤਾ। ਬਿਲਕੁਲ ਜੀ। ਸੁਨਹਿਰੀ ਅੱਖਰਾਂ ਨਾਲ ਲਿਖ ਇਤਿਹਾਸ ਦਿੱਤਾ। ਜਿੰਦਾ ਨਿੱਕੀਆਂ ਪਰ ਸਾਕਾ ਮਹਾਨ ਕੀਤਾ। ਓਏ ਭਰੇ ਦਿਲ ਨਾਲ ਕਰੇ ਡੰਡੌਤ ਭੋਗਲ, ਲਾਲਾ ਭਾਰਤ ਤੇ ਬੜਾ ਅਹਿਸਾਨ ਕੀਤਾ। ਓਏ ਭਰੇ ਦਿਲ ਨਾਲ ਕਰੇ ਡੰਡੌਤ ਭੋਗਲ, ਲਾਲਾ ਭਾਰਤ ਤੇ ਬੜਾ ਅਹਿਸਾਨ ਕੀਤਾ। ਯਾਰੋ ਲਾਲਾ ਭਾਰਤ ਤੇ ਬੜਾ ਅਹਿਸਾਨ ਕੀਤਾ। ਗਗਨਦੀਪ ਜੀ ਅੱਜ ਜੋ ਮਰਜੀ ਲੋਕ ਕਹਿੰਦੇ ਫਿਰਨ, ਪਰ ਪਰਮਾ ਗੁਰੂ ਨੂੰ ਪਤਾ ਆ, ਵਾਹਿਗੁਰੂ ਨੂੰ ਪਤਾ ਨਾ ਇਹ ਨਿੱਕੀਆਂ ਜਿੰਦਾ ਕਿਹੋ ਜਿਹੇ ਸਾਕੇ ਕਰਕੇ ਗਏ ਨੇ, ਕੋਈ ਦੁਨੀਆ 'ਚ ਨਹੀਂ ਕਰ ਸਕਿਆ। ਬਿਲਕੁਲ ਜੀ ਬਿਲਕੁਲ। ਹਾਂਜੀ ਬਹੁਤ ਬਹੁਤ ਧੰਨਵਾਦ ਗਗਨਦੀਪ ਸਿੰਘ ਜੀ, ਬਹੁਤ ਬਹੁਤ ਧੰਨ। ਮੈਨੂੰ ਮਾਫ ਕਰਨਾ ਜਿੱਦਾਂ ਦੀ ਵੀ ਪੜੀ ਗਈ ਨਜ਼ਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਲਖਵੀਰ ਸਿੰਘ ਜੀ। ਹਾਂਜੀ ਮੈਂ ਗੱਲ ਕਰ ਰਿਹਾ ਸੀਗਾ ਵੀ ਜਿਹੜਾ ਮਾਹੌਲ ਸਿਰਜਣਾ ਉਹ ਸਾਡੇ ਲਈ ਬਹੁਤ ਔਖਾ ਹੋ ਗਿਆ ਤੇ ਹੋ ਜਾ। ਸ਼ਹੀਦੀਆਂ ਏਡੀਆਂ, ਕੁਰਬਾਨੀਆਂ ਏਡੀਆਂ, ਸਮਰਪਣ ਏਡਾ। ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਕੜਛੀਆਂ ਫਿਰਨ ਸੁਆਉ ਨਾ ਜਾਣਨ ਸੁਣੀਆਂ, ਵੀ ਭਾਂਡੇ 'ਚ ਕੜਛੀ ਸਭ ਤੋਂ ਪਹਿਲਾਂ ਪੈ ਗਈ, ਉਹਨੇ ਸਬਜ਼ੀ ਬਣਾ ਦਿੱਤੀ, ਸਬਜ਼ੀ ਵਰਤਾ ਦਿੱਤੀ, ਅਖੀਰ ਤੱਕ ਕੜਛੀ ਰਹਿੰਦੀ ਆ। ਤੋ ਅੱਜ ਕੱਲ ਇਹ ਵੇਖਿਆ ਜਾਂਦਾ ਵੀ ਜੋੜ ਮੇਲੇ ਸ਼ੁਰੂ ਹੋ ਜਾਂਦੇ ਆ 20 ਤਰੀਕ ਨੂੰ, 21 ਤਰੀਕ ਨੂੰ ਸ਼ੁਰੂ ਹੋ ਗਏ, 30 ਤਰੀਕ ਤੱਕ ਚੱਲਦੇ ਨੇ। ਪਰ ਉਸ ਤੋਂ ਬਾਅਦ ਵਿੱਚ ਵੀ ਅਸੀਂ ਉੱਥੇ ਆ ਕੇ ਖੜ ਜਾਂਦੇ ਆ ਵੀ ਜਿਹੜਾ ਉੱਥੋਂ ਅਸੀਂ ਸਮਰਪਣ, ਜਿਹੜੀ ਸਿਧਾਂਤ, ਵਿਚਾਰਧਾਰਾ, ਅਸੂਲ, ਅਣਖ, ਉਹ ਆਪਾਂ ਪ੍ਰਾਪਤ ਨਹੀਂ ਕਰ ਪਾਉਂਦੇ। ਤਾਂ ਕਰਕੇ ਜਿਹੜੇ ਹੁਣ ਇਹ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਇਹਨਾਂ ਵਿੱਚ ਖਾਸ ਕਰਕੇ ਸਿੰਘਾਂ ਨੂੰ, ਸਾਹਿਬਜ਼ਾਦਿਆਂ ਨੂੰ, ਗੁਰੂ ਸਾਹਿਬ ਜੀ ਦੇ ਵੱਡੇ ਬੁਲੰਦ ਹੌਸਲੇ ਨੂੰ ਯਾਦ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜਿਹੜੀ ਆਪਣੀ ਲੜੀ ਚੱਲ ਰਹੀ ਹੈ ਅਨੰਦਪੁਰ ਸਾਹਿਬ ਤੋਂ ਨਿਕਲ ਕੇ ਗੁਰੂ ਸਾਹਿਬ ਜੀ ਦੇ ਸਿੱਖ ਜਿਹੜੇ ਨੇ, ਪਰਿਵਾਰ ਵਿਛੋੜਾ ਹੁੰਦਾ ਹੈ, ਵੱਡੇ ਸਾਹਿਬਜ਼ਾਦੇ 40 ਕੁ ਸਿੱਖ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਦੀ ਗੜੀ ਦੇ ਵਿੱਚ ਆਉਂਦੇ ਨੇ। ਹੁਣ ਜਦੋਂ ਗੁਰੂ ਸਾਹਿਬ ਕੱਚੀ ਗੜੀ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ ਨੇ, ਚਮਕੌਰ ਸਾਹਿਬ, ਤੇ ਉੱਥੇ ਬਿਲਕੁਲ ਸਪਸ਼ਟ ਸੀਗਾ ਘੇਰਾ ਪੈ ਚੁੱਕਿਆ ਏ ਵੀ ਇੱਕ ਵਿਉਂਤਬੰਦੀ ਬਣਾਉਣੀ ਪੈਣੀ ਹੈ। ਤੇ ਇਤਿਹਾਸ ਕਹਿੰਦਾ ਫਿਰ ਗੁਰੂ ਸਾਹਿਬ ਜੀ ਨੇ ਸਾਰੇ ਸਿੱਖਾਂ ਨੂੰ, 2 ਸਾਹਿਬਜ਼ਾਦਿਆਂ ਨੂੰ
ਉੱਥੇ ਸੰਬੋਧਨ ਕੀਤਾ ਤੇ ਉਹਨਾਂ ਨਾਲ ਵਿਚਾਰ ਚਰਚਾ ਕੀਤੀ। ਇੱਕ ਕਵੀ ਕਹਿੰਦਾ ਹੈ, ਬੋਲੇ ਫਿਰ ਦਸ਼ਮੇਸ਼ ਜੀ ਖੰਡਾ ਲਿਸ਼ਕਾ ਕੇ, ਜ਼ਾਲਮਾਂ ਦੀ ਫੌਜ ਨੇ ਪਾ ਲਿਆ ਹੈ ਘੇਰਾ ਆ ਕੇ। ਬੋਲੇ ਫਿਰ ਦਸ਼ਮੇਸ਼ ਜੀ ਖੰਡਾ ਲਿਸ਼ਕਾ ਕੇ, ਜ਼ਾਲਮਾਂ ਦੀ ਫੌਜ ਨੇ ਪਾ ਲਿਆ ਹੈ ਘੇਰਾ ਆ ਕੇ। ਮੈਂ ਤੱਕਣਾ ਜ਼ੋਰ ਤੁਸਾਂ ਦਾ ਅੱਜ ਇਉਂ ਅਜਮਾ ਕੇ, ਕਿਹੜਾ ਜ਼ਾਲਮਾਂ ਨਾਲ ਜੂਝੇਗਾ ਇਕੱਲਾ ਹੀ ਘਟਾ ਕੇ। ਮੈਂ ਆਇਆ ਪੁਰਖ ਅਕਾਲ ਤੋਂ ਇਹ ਆਗਿਆ ਪਾ ਕੇ, ਹੈ ਜਿਉਂਦਾ ਰੱਖਣਾ ਕੌਮ ਨੂੰ ਪੁੱਤ ਭੇਟ ਚੜਾ ਕੇ। ਵੀ ਗੁਰੂ ਸਾਹਿਬ ਜੀ ਨੇ ਉੱਥੇ ਇਹ ਖਿਆਲ ਪੈਦਾ ਕਰ ਲਿਆ, ਇਹ ਸਪਸ਼ਟ ਹੋ ਗਿਆ ਸੀਗਾ। ਪਰ ਸਭ ਤੋਂ ਅਹਿਮ ਗੱਲ ਹੈ ਕਿ ਗੁਰੂ ਸਾਹਿਬ ਨਾ ਟੁੱਟੇ, ਨਾ ਮੁਰਝਾਏ, ਨਾ ਸਹਿਮੇ, ਨਾ ਆਪਣੇ ਆਪ ਨੂੰ ਕਮਜ਼ੋਰ ਕੀਤਾ, ਸਗੋਂ ਇਹਨਾਂ ਹਾਲਾਤਾਂ ਨੂੰ ਵੇਖਦਿਆਂ ਵੇਖਦਿਆਂ ਹੋਰ ਜ਼ਿਆਦਾ ਬੁਲੰਦ ਤੇ ਹੋਰ ਜ਼ਿਆਦਾ ਚੜ੍ਹਦੀ ਕਲਾ ਦੇ ਵਿੱਚ ਗੁਰੂ ਸਾਹਿਬ ਜਿਹੜੇ ਨੇ ਉਹ ਆਉਂਦੇ ਗਏ ਨੇ। ਬਿਲਕੁਲ। ਤੇ ਜਿਹੜਾ ਆਪਾਂ ਹੋਰ ਪੱਖ ਵਿਚਾਰਦੇ ਹਾਂ, ਇੰਨੀਆਂ ਸ਼ਹੀਦੀਆਂ ਹੋਈਆਂ, ਜਿਹਦੇ ਵਿੱਚੋਂ 5 ਪਿਆਰੇ ਨੇ। 5 ਪਿਆਰਿਆਂ ਚੋਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਗੁਰੂ ਸਾਹਿਬ ਜੀ ਦੇ ਨਾਲ ਨਿਕਲਦੇ ਨੇ। ਪਿੱਛੇ ਬਚਦੇ ਨੇ 3 ਪਿਆਰੇ, ਉਹ ਸ਼ਹੀਦ ਹੋ ਚੁੱਕੇ ਨੇ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ। ਪੰਜੋਖਰਾ ਸਾਹਿਬ ਵਿਖੇ ਆਉਣ ਵਾਲੇ ਪੰਡਿਤ ਲਾਲ ਚੰਦ ਵੀ ਸਿੱਖੀ 'ਚ ਸਮਰਪਣ ਕਰਕੇ ਭਾਈ ਲਾਲ ਚੰਦ ਬਣ ਗਏ, ਤੇ ਭਾਈ ਲਾਲ ਸਿੰਘ 1699 ਚ ਉਹ ਵੀ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ। ਕਸ਼ਮੀਰੀ ਪੰਡਤਾਂ ਦੀ ਜਿਹੜੀ ਅਗਵਾਈ ਕਰਕੇ ਲੈ ਕੇ ਆਏ ਸੀ ਕਿਰਪਾ ਰਾਮ, ਉਹ ਵੀ ਕਿਰਪਾ ਸਿੰਘ 1699 ਚ ਬਣ ਜਾਂਦੇ ਆ, ਉਹ ਵੀ ਉੱਥੇ ਸ਼ਹੀਦ ਹੁੰਦੇ ਨੇ। ਸਭ ਤੋਂ ਅਹਿਮ ਗੱਲ ਹੈ ਵੀ ਜਿਹੜਾ ਭਾਈ ਮਨੀ ਸਿੰਘ ਜੀ ਦਾ ਪਰਿਵਾਰ ਹੈ, ਬਿਲਕੁਲ, ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਸਾਡੇ ਲਈ ਪੜ੍ਹਨਾ ਬਹੁਤ ਜ਼ਰੂਰੀ ਆ। ਦੇਖੋ, ਉਹਨਾਂ ਦੇ ਪੁੱਤਰਾਂ ਦੇ ਵਿੱਚੋਂ ਸਰਸਾ ਨਦੀ ਦੇ ਵਿਛੋੜੇ ਤੋਂ ਪਹਿਲਾਂ 2 ਸਾਹਿਬਜ਼ਾਦੇ ਤੇ ਉਹਨਾਂ ਦੇ 2 ਪੁੱਤਰ ਤੇ ਉਦੋਂ ਸ਼ਹੀਦ ਹੋ ਗਏ। ਜਿੱਥੇ ਆਪਾਂ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਗੱਲ ਕਰਦੇ ਆ, ਭਾਈ ਮਨੀ ਸਿੰਘ ਜੀ ਦੇ, ਭਾਈ ਮਨੀ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਜਿੱਥੇ ਇਤਿਹਾਸ ਦੀ ਗੱਲ ਕਰਦੇ ਆਪਾਂ, ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ ਸ਼ਹੀਦ, ਉੱਥੇ ਭਾਈ ਮਨੀ ਸਿੰਘ ਜੀ ਦਾ ਜਿਹੜਾ ਸਮਰਪਣ ਹੈ ਵੀ ਜੇ ਗੁਰੂ ਐਡੇ ਕਾਰਜ ਕਰਦਾ ਹੈ, ਐਡੀ ਚੜ੍ਹਦੀ ਕਲਾ 'ਚ ਸਿੱਖ ਵੀ ਫਿਰ ਕਿਤੇ ਘੱਟ ਨਹੀਂ, ਕਿਉਂਕਿ ਉਹਨਾਂ ਨੇ ਗੁਰੂ ਕੋਲੋਂ ਤਾਕਤ ਪ੍ਰਾਪਤ ਕੀਤੀ ਹੈ। ਭਾਈ ਮਨੀ ਸਿੰਘ ਦੇ ਪਰਿਵਾਰ ਚੋਂ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਦੋਵੇਂ ਪੁੱਤਰ ਨੇ। ਉਹ ਸਰਸਾ ਨਦੀ ਤੋਂ ਪਹਿਲਾਂ, ਵਿਛੋੜੇ ਤੋਂ ਪਹਿਲਾਂ ਜਿਹੜੇ ਸ਼ਹੀਦ ਹੋ ਜਾਂਦੇ ਨੇ। ਉਹ ਤੋਂ ਬਾਅਦ ਵੀ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਉਹਨਾਂ ਦੇ ਪੁੱਤਰਾਂ ਦੀ ਸ਼ਹੀਦੀ ਦੀ, ਅਨਕ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਇਹ ਵੀ ਸ਼ਹੀਦ ਹੋ ਜਾਂਦੇ ਨੇ। ਤੇ ਭਰਾਵਾਂ ਦੇ ਵਿੱਚੋਂ ਭਾਈ ਦਾਨ ਸਿੰਘ ਉੱਥੇ ਸ਼ਹੀਦ ਹੋ ਜਾਂਦੇ ਨੇ। ਤੋ ਇਹਨਾਂ ਦਾ ਵੀ ਇੱਕ ਬਹੁਤ ਵੱਡਾ ਜਿਹੜਾ ਇਤਿਹਾਸ ਵਿੱਚ ਉਹ ਸਮਰਪਣ ਹੈ, ਖਾਸ ਕਰਕੇ ਚਮਕੌਰ ਦੀ ਗੜੀ ਦੇ ਵਿੱਚ। ਤੇ ਉੱਥੇ ਗੁਰੂ ਸਾਹਿਬ ਜੀ ਨੇ ਵਿਉਂਤ ਬਣਾਈ, 5 ਸਿੱਖਾਂ ਦੇ ਜਥੇ ਤਿਆਰ ਕੀਤੇ। ਭਾਈ ਮਦਨ ਸਿੰਘ, ਭਾਈ ਮਕੰਦ ਸਿੰਘ, ਜਿਹੜਾ ਉੱਥੇ ਚਮਕੌਰ ਦੀ ਗੜੀ ਦਾ ਦਰਵਾਜ਼ਾ, ਉੱਥੇ ਉਹਨਾਂ ਦੀ ਸੇਵਾ ਲਾਈ, ਡਿਊਟੀ ਲਾਈ, ਕਿਉਂਕਿ ਉਹ ਫੁਰਤੀਲੇ ਸੀ, ਕਿਰਪਾਨ ਤੇਜ਼ ਚਲਾਉਂਦੇ ਸਨ। ਇਸ ਤੋਂ ਇਲਾਵਾ ਆਲਮ ਸਿੰਘ ਨੱਚਣਾ, ਉਹ ਵੀ ਉੱਥੇ ਚਮਕੌਰ ਦੀ ਗੜੀ ਦੇ ਵਿੱਚ ਸਾਰਿਆਂ 'ਚ ਜੋਸ਼ ਭਰਦੇ ਨੇ, ਚੜ੍ਹਦੀ ਕਲਾ ਦੇ ਨਾਲ ਸਭ ਨੂੰ ਤਿਆਰ ਕਰਦੇ ਨੇ। ਤੇ ਇਤਿਹਾਸ ਕਹਿੰਦੇ ਜਦੋਂ ਇਹ ਸਾਰੀ ਵਿਉਂਤਬੰਦੀ ਹੁੰਦੀ ਹੈ, 2 ਪਹਿਰ ਦਾ ਸਮਾਂ ਲੰਘ ਜਾਂਦਾ ਹੈ, ਲਗਭਗ 6 ਘੰਟੇ ਦਿਨ ਦੇ ਸਵੇਰ ਤੋਂ ਲੰਘ ਜਾਂਦੇ ਨੇ। ਆਓ ਅਸੀਂ ਉਹਨਾਂ ਨੂੰ ਕਾਲ ਕਰਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਜਗ੍ਹਾ ਜ਼ਰੂਰ ਦੱਸੋ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਵਿੰਦਰ ਸਿੰਘ ਖਹਿਰਾ ਜੀ। ਹਾਂਜੀ ਖਹਿਰਾ ਸਾਹਿਬ, ਬਹੁਤ ਦੋਹਾਂ ਵੀਰਾਂ ਨੂੰ, ਗਗਨਦੀਪ ਸਿੰਘ ਤੇ ਲਖਵਿੰਦਰ ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਦੋਂ ਹੁਕਮ ਹੋ ਗਿਆ ਗੁਰੂ ਮਹਾਰਾਜ ਨੂੰ ਚਮਕੌਰ ਦੇ ਯੁੱਧ ਤੋਂ ਬਾਅਦ ਸ਼ਾਮ ਨੂੰ ਕਿ ਆਪ ਜੀ ਗੜੀ ਛੱਡ ਜਾਓ, ਤੇ ਉਸ ਵੇਲੇ ਦੀਆਂ ਮੈਂ ਕੁਝ ਸਦਰਾਂ ਪੇਸ਼ ਕਰਨਾ ਚਾਹੁੰਦਾ। ਬਿਲਕੁਲ ਜੀ। ਕਿ ਜਦੋਂ ਪੰਥ ਦਾ ਹੁਕਮ ਹੋ ਗਿਆ, ਜਦੋਂ ਬਾਹਰ ਨਾ ਚੱਲੀ ਕੋਈ ਪੰਥ ਅੱਗੇ, ਗੁਰੂ ਉੱਠਿਆ ਹੁਕਮ ਪ੍ਰਵਾਨ ਕਰਦਾ। ਜਦੋਂ ਵਾਹ ਨਾ ਚੱਲੀ ਕੋਈ ਪੰਥ ਅੱਗੇ, ਗੁਰੂ ਉੱਠਿਆ ਹੁਕਮ ਪ੍ਰਵਾਨ ਕਰਦਾ। ਹਰ ਪਾਸੇ ਹੀ ਦੁਸ਼ਮਣ ਦੀ ਫੌਜ ਦਿਸਦੀ, ਜਿਹੜੇ ਪਾਸੇ ਸੀ ਜ਼ਰਾ ਧਿਆਨ ਕਰਦਾ। ਹਰ ਪਾਸੇ ਸੀ ਦੁਸ਼ਮਣ ਦੀ ਫੌਜ ਦਿਸਦੀ, ਜਿਹੜੇ ਪਾਸੇ ਸੀ ਜਰਾ ਧਿਆਨ ਕਰਦਾ। ਸੂਰਾ ਰਣ ਚੋਂ ਭੱਜ ਜਾਏ ਪਿੱਠ ਦੇ ਕੇ, ਐਸਾ ਕੰਮ ਨਹੀਂ ਕਦੇ ਬਲਵਾਨ ਕਰਦਾ। ਖਤਰਾ ਕੌਮ ਦਾ ਸਿਰ ਤੋਂ ਟਾਲਣੇ ਲਈ, ਖਤਰਨਾਕ ਹੈ ਕੰਮ ਇਨਸਾਨ ਕਰਦਾ। ਆਓ ਰੋਕ ਲਓ ਜਿਹਦੇ ਵਿੱਚ ਹੈ ਤਾਕਤ, ਖਿਸਕ ਜਾਣ ਨੂੰ ਸੋਢੀ ਸੁਲਤਾਨ ਕਰਦਾ। ਕੱਚੀ ਗੜੀ ਚਮਕੌਰ ਦੀ ਛੱਤ ਉੱਤੇ ਮੈਂ ਇੱਕ ਤੱਕਿਆ ਵਲੀ ਐਲਾਨ ਕਰਦਾ। ਸਰਲੇਖ ਹੈ, ਕੱਚੀ ਗੜੀ ਚਮਕੌਰ ਦੀ ਛੱਤ ਉੱਤੇ ਮੈਂ ਇੱਕ ਤੱਕਿਆ ਵਲੀ ਐਲਾਨ ਕਰਦਾ। ਮਚੀ ਖਲਬਲੀ ਸੁਣ ਕੇ ਫੌਜਾਂ ਅੰਦਰ, ਮਚੀ ਖਲਬਲੀ ਸੁਣ ਕੇ ਫੌਜ ਅੰਦਰ, ਤੇ ਫਟਾਫਟ ਦੁਸ਼ਮਣ ਹੁਸ਼ਿਆਰ ਹੋ ਗਏ। ਅਲੀ ਅਲੀ ਪੁਕਾਰ ਕੇ ਕਈ ਝਪਟੇ, ਵਰਸ਼ੇ ਕਈਆਂ ਦੇ ਜਿਗਰ ਚੋਂ ਪਾਰ ਹੋ ਗਏ। ਲੱਤ ਕਿਸੇ ਦੀ ਬਾਂਹ ਲੱਥੀ, ਸੀਸ ਸੜਾਂ ਤੋਂ ਬੱਖ ਹਜ਼ਾਰ ਹੋ ਗਏ।
ਹੋਈ ਆਪਣੇ ਪਰਾਏ ਦੀ ਪਰਖ ਕੋਈ ਨਾ, ਐਸੇ ਕਾਲੀ ਵਿੱਚ ਰਾਤ ਨੂੰ ਵਾਰ ਹੋ ਗਏ। 2.5 ਫੁੱਟ ਲੜਾਈ ਦੇ ਲਾ ਕੇ ਤੇ 2.5 ਫੁੱਟ ਲੜਾਈ ਦੇ ਲਾ ਕੇ ਤੇ ਚੋਜੀ ਚੱਲਿਆ ਚੋਜ਼ ਮਹਾਨ ਕਰਦਾ, ਕੱਚੀ ਗੜੀ ਚਮਕੌਰ ਦੀ ਛੱਤ ਉੱਤੇ ਇੱਕ ਤੱਕਿਆ ਵਲੀ ਐਲਾਨ ਕਰਦਾ। ਜੰਗ ਸੱਚ ਤੇ ਝੂਠ ਦੀ ਹੈ ਜਾਰੀ, ਜੰਗ ਸੱਚ ਤੇ ਝੂਠ ਦੀ ਹੈ ਜਾਰੀ, ਕੌਣ ਜਿੱਤਦਾ ਤੇ ਕੌਣ ਹਾਰਦਾ ਈ, ਬੇੜੀ ਭੰਵਰ ਵਿੱਚ ਫਸੀ ਹੈ ਜ਼ਿੰਦਗੀ ਦੀ, ਕੌਣ ਡੂਬਦਾ ਤੇ ਕੌਣ ਧਾਰਦਾ ਈ, ਕੌਣ ਮਾਰ ਕੇ ਹਿੱਕ ਤੇ ਹੱਥ ਆਪਣੀ ਝੱਟ ਦੁੱਧ ਤੇ ਪਾਣੀ ਉਤਾਰਦਾ ਈ, ਸਿੱਟਾ ਸਮੇਂ ਨੇ ਸਮੇਂ ਸਿਰ ਕੱਢ ਦੇਣਾ, ਕੌਣ ਢਾਉਂਦਾ ਤੇ ਕੌਣ ਉਸਾਰਦਾ ਈ, ਉਹਦਾ ਦਿਲ ਵਿੱਚ ਚਮਕੌਰ ਦੇ 1.25 ਲੱਖ ਨਾਲ ਲੜ ਕੇ ਖੜਕਾ ਖੰਡਾ ਬੂਟੀ ਬੂਟੀ ਹੋ ਜਿੰਦ ਧਰਮ ਲਈ ਵਾਰ ਗਏ। ਸੋਹਣੇ ਪੁੱਤਰ ਗੁਰੂ ਗੋਬਿੰਦ ਸਿੰਘ ਕਲਗੀਧਰ ਸਰਦਾਰ ਦੇ ਮੇਲੇ ਲੱਗਣਗੇ, ਪਾਠ ਪੂਜਾ ਵੀ ਹੋਵੇਗੀ, ਕੋਈ ਕੋਈ ਅੱਖ ਸੰਧੂ ਬਿਰਲੀ ਰੋਵੇਗੀ। ਇੱਕ ਹਫ਼ਤੇ ਵਿੱਚ ਇੱਕ ਪਰਿਵਾਰ ਦਾ ਵਿਛੋੜਾ ਅਤੇ ਖੇਰੂ ਖੇਰੂ ਹੋ ਜਾਣਾ। 12 ਮਾਂ ਪੁੱਤਰਾਂ ਦੀ ਜੋੜੀ ਲਾਇਟ ਦੇ ਸਰਾਣੇ ਤੇ ਬਾਂਹ ਰੱਖ ਸੌਣਾ। ਕਰ ਸ਼ੁਕਰ ਖੁਦਾ ਦਾ ਅਤੇ ਹਾਲ ਮਰੀਦਾਂ ਦਾ ਗਾਉਣਾ। ਤੇਰਾ ਜਿਹਾ ਬਾਪ ਨਾ ਜੱਗ ਤੇ ਹੋਇਆ ਏ ਸੰਧੂ, ਨਾ ਕਦੇ ਦੁਨੀਆ ਤੇ ਹੋਣਾ। ਉਹ ਨਿੱਕੀਆਂ ਜਿੰਦਾਂ ਠੰਡੀਆਂ ਰਾਤਾਂ ਸਿਆਲ ਦੀਆਂ, ਕੀ ਸਿਫਤਾਂ ਕਰਾਂ ਮੈਂ ਮਾਤ ਗੁਜਰ ਕੌਰ ਅਤੇ ਉਹਦੇ ਲਾਲ ਦੀਆਂ। ਸ਼ੁਰੂ ਹੋਇਆ ਹੈ ਦੌਰ ਕੁਰਬਾਨੀ ਦਾ, ਭਲਾ ਕੌਣ ਉਤਾਰੂਗਾ ਕਰਜ਼ਾ ਸਰਵੰਸ ਦੇ ਰਾਨੀ ਦਾ। ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ, ਉਹ ਦਿਨ ਨੇ ਪੋਹ ਦੇ ਚਾਰੇ ਪਾਸੇ ਘੁੰਮਦੇ ਸੀ ਮੌਤ ਦੇ ਸਾਏ। ਪਤਾ ਸੀ ਅੱਜ ਬੱਚਿਆਂ ਨੇ ਮੁੜ ਵਾਪਸ ਨਹੀਂ ਆਉਣਾ। ਗੁੰਦੇ ਨੇ ਕੇਸ ਚੁੰਮੇ ਨੇ ਮਸਤਕ, ਕੁੱਟ ਕੁੱਟ ਸੀਨੇ ਦਾਦੀ ਨੇ ਲਾਏ। ਸਜਾਈਆਂ ਨੇ ਪੁਸ਼ਾਕਾਂ ਉੱਪਰ ਹੈ ਕਲਗੀ ਸਜਾਈ, ਕੀਤਾ ਹੈ ਸ਼ੁਕਰ ਵਾਹਿਗੁਰੂ ਜੀ ਦਾ। ਰੱਖ ਸਿਰ ਉੱਤੇ ਹੱਥ ਗੁਰੂ ਫਤਿਹ ਹੈ ਬੁਲਾਈ। ਚਮਕੌਰ ਵੜੀ ਵਿੱਚ ਅੱਗ ਉਗਲਦੀਆਂ ਨੇ ਤਲਵਾਰਾਂ, ਐਸੀ ਅਜੀਤ ਜੁਝਾਰ ਨੇ ਹੈ ਤੇਗ ਲਹਿਰਾਈ। 1.25 ਲੱਖ ਨਾਲ ਇੱਕ ਇੱਕ ਨੂੰ ਲੜਾ ਕੇ ਮੇਰੇ ਗੁਰੂ ਪਿਤਾ ਆਪਣੀ ਬਾਤ ਹੈ ਪੁਗਾਈ। ਹੱਥੀ ਤੋਰੇ ਅੱਖੀ ਵੇਖੇ, ਹੱਥੀ ਤੋਰੇ ਅੱਖੀ ਵੇਖੇ, ਜਾਨ ਨਾਲੋਂ ਵੱਧ ਪਿਆਰੇ ਮੌਤ ਨਾਲ ਲੜਦੇ। ਧਰਤੀ ਤੇ ਵੈਰੀ ਇੰਜ ਹੈ ਡਿੱਗਦਾ, ਗੁਰੂ ਦੇ ਪਿਆਰਿਆਂ ਜਾਨ ਕਰਮ ਲਈ ਲੇਖੇ ਲਾਈ। ਅਜੀਤ ਤੇ ਜੁਝਾਰ ਅੱਜ ਮੁਕੌਗੜੀ ਵਿੱਚ ਸ਼ਹੀਦੀ ਹੈ ਪਾਈ। ਕੀਤਾ ਹੈ ਸ਼ੁਕਰਾਨਾ ਅਕਾਲ ਪੁਰਖ ਦਾ, ਤੇਰੀ ਵਾਹਿਗੁਰੂ ਦਿੱਤੀ ਦਾਤ ਹੈ ਤੈਨੂੰ ਲੁਟਾਈ। ਕੋਟੀ ਕੋਟੀ ਪ੍ਰਣਾਮ ਹੈ ਕੌਮ ਦੇ ਸ਼ਹੀਦਾਂ ਨੂੰ ਜੀ, ਤੇ ਸਾਰੇ ਜਗਤ ਨੂੰ ਅੱਜ ਦੇ ਸ਼ਹੀਦੀ ਦਿਹਾੜੇ ਤੇ ਕੋਟੀ ਕੋਟੀ ਪ੍ਰਣਾਮ ਹੈ, ਨਮਸਕਾਰ ਹੈ ਜੀ। ਤੇ ਸਾਡੀ ਕੌਮ ਨੂੰ ਪ੍ਰਮਾਤਮਾ ਸਮਤ ਬਖਸ਼ੇ, ਅਸੀਂ ਇਕਜੁੱਟ ਹੋ ਕੇ ਬਈਏ। ਦਿਲਾਂ ਦੇ ਜਿਹੜੇ ਬੈਰ ਵਿਰੋਧ ਆ ਜਾਂ ਕੋਈ ਦੁਬਦਾ ਹੈਗੀ ਆ, ਦੁਬਦਾ ਕੱਢਦਿਆਂ ਨੂੰ 600-700 ਸਾਲ ਬੀਤ ਗਏ ਆ। ਸਾਨੂੰ ਹਾਲੇ ਬਹੁਤ ਦੁਬਦਾ ਦਾ ਨਹੀਂ ਪਤਾ ਲੱਗਦਾ। ਸੱਚ ਦੀ ਨਹੀਂ ਜਿਹੜੀ ਇਹ ਸੱਚ ਕਰਮ ਕਰੀਏ, ਇਹ ਬਾਬੇ ਨਾਨਕ ਦਾ ਸੰਦੇਸ਼ ਹੈ। ਭਾਵੇਂ ਕਿਸੇ ਰੂਪ ਵਿੱਚ ਤੁਸੀਂ ਰਹੋ, ਲੇਕਿਨ ਜੇ ਸੱਚ ਕਰਮ ਨਹੀਂ ਹੈਗਾ ਤੇ ਕੋਈ ਧਰਮ ਨਹੀਂ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਲਖਵੀਰ ਸਿੰਘ ਜੀ। ਹਾਂਜੀ, ਸਾਹਿਬਜ਼ਾਦਾ ਅਜੀਤ ਸਿੰਘ ਗੁਰੂ ਸਾਹਿਬ ਜੀ ਦੇ ਕੋਲੋਂ ਇਜਾਜ਼ਤ ਲੈਂਦੇ ਨੇ, ਜਿਹੜਾ ਆਪਾਂ ਇਤਿਹਾਸ ਦੀ ਲੜੀ ਕਿਉਂਕਿ ਰਹਿੰਦੇ ਸਮੇਂ 'ਚ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਖੁਦ ਸ਼ਿੰਗਾਰਿਆ, ਸ਼ਸਤਰ ਸਜਾਏ ਤੇ ਗੁਰੂ ਸਾਹਿਬ ਜੀ ਦੇ ਕੋਲੋਂ ਇਜਾਜ਼ਤ ਲੈ ਕੇ ਮੈਦਾਨੀ ਜੰਗ ਦੇ ਵਿੱਚ ਉਹ ਜੂਝਦੇ ਨੇ। ਉਹ ਤੋਂ ਬਾਅਦ ਵਿੱਚ ਬਾਬਾ ਜ਼ੋਰਾਵਰ ਸਿੰਘ ਗੁਰੂ ਸਾਹਿਬ ਜੀ ਦੇ ਕੋਲ ਆਉਂਦੇ ਨੇ। ਇੱਕ ਵਿਦਵਾਨ ਸਿੱਖ ਇਤਿਹਾਸ ਦੀਆਂ ਬਹੁਤ ਐਸੀਆਂ, ਆਪਾਂ ਕਿ ਸਿੱਖ ਇਤਿਹਾਸ 'ਚ ਬਹੁਤ ਐਸੇ ਸਿੱਖ ਨੇ, ਪ੍ਰਚਾਰਕ ਨੇ, ਕਵੀ ਨੇ, ਜਿਨ੍ਹਾਂ ਨੇ ਅੱਲਾ ਯਾਰ ਖਾਂ ਜੋਗੀ ਉਹਨਾਂ ਨੂੰ ਬਹੁਤ ਪੜ੍ਹਿਆ ਹੈ, ਕਿਉਂਕਿ ਉਹਨਾਂ ਦੀਆਂ 2 ਲਿਖਤਾਂ 1915 ਤੋਂ 1917, ਇਹ ਤਕਰੀਬਨ ਇਹ ਸਾਲ 2 ਸਾਲ ਦੇ ਵਿੱਚ ਉਹਨਾਂ ਨੇ 2 ਲਿਖਤਾਂ ਬਹੁਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧਿਤ ਉਹਨਾਂ ਨੇ ਲਿਖੀਆਂ ਸੀ। ਗਾਂਜੇ ਸ਼ਹੀਦਾਂ ਤੇ ਸ਼ਹੀਦਾਂ ਵਫਾ, ਉਹਦੇ ਵਿੱਚ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਕੀਤਾ। ਜਦੋਂ ਬਾਬਾ ਜ਼ੋਰਾਵਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆਏ ਤੇ ਅੱਲਾ ਯਾਰ ਖਾਂ ਜੋਗੀ ਲਿਖਦੇ हैं भी भाई से बिछड़ कर मुझे जीना नहीं आता, सोना नहीं, खाना नहीं, पीना नहीं बहाता, भी हर एक चीज़ मैं ਆਪਣੇ ਵੱਡੇ ਵੀਰ ਅਜੀਤ ਸਿੰਘ ਨੂੰ ਵੇਖ ਕੇ ਸਿੱਖੀ ਆ ਤੇ ਕੀਤੀ ਆ।
ਤੇ ਜੇ ਅੱਜ ਵੱਡਾ ਵੀਰ ਅਜੀਤ ਸਿੰਘ ਸ਼ਹੀਦੀ ਪਾ ਗਿਆ ਤੇ ਮੈਂ ਪਿੱਛੇ ਕਿਵੇਂ ਰਹਿ ਸਕਦਾ। ਗੁਰੂ ਸਾਹਿਬ ਜੀ ਤੁਸੀਂ ਮੈਨੂੰ ਵੀ ਤਿਆਰ ਕਰੋ, ਸ਼ਸਤਰ ਸਜਾਓ, ਜ਼ਾਲਮਾਂ ਦੇ ਨਾਲ ਮੈਂ ਵੀ 2 ਹੱਥ ਕਰਕੇ ਸ਼ਹੀਦੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਤੋ ਜਿਹੜਾ ਹੁਣ ਇਹ ਇਤਿਹਾਸ ਹੈ, ਗੁਰੂ ਸਾਹਿਬ ਉੱਚੀ ਮਮਟੀ ਦੇ ਉੱਤੇ ਬੈਠ ਕੇ ਵੇਖ ਰਹੇ ਨੇ, ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹੀਦੀ ਹੁੰਦੀ ਹੈ, ਜਿਹੜੇ ਗੜੀ 'ਚ ਕੁਝ ਸਿੱਖ ਬਚੇ ਨੇ ਉਹ ਗੁਰੂ ਸਾਹਿਬ ਜੀ ਨੂੰ ਵੇਖ ਰਹੇ ਨੇ ਵੀ ਜਿਹੜੇ ਗੁਰੂ ਨੇ ਇੰਨੇ ਸਮੇਂ ਘੇਰੇ ਵਿੱਚ ਰਹਿ ਕੇ ਪ੍ਰਬੰਧ ਚਲਾਇਆ, ਉਹ ਤੋਂ ਬਾਅਦ ਵਿੱਚ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਾਤਾ ਜੀ ਵਿਛੜ ਗਏ, ਅੱਖਾਂ ਦੇ ਸਾਹਮਣੇ ਪਰਿਵਾਰ ਵਿਛੜ ਗਿਆ, ਅੱਖਾਂ ਦੇ ਸਾਹਮਣੇ ਛੋਟੇ ਸਾਹਿਬਜ਼ਾਦੇ ਵਿਛੜ ਗਏ, ਵੀ ਉਸ ਗੁਰੂ ਦੀਆਂ ਅੱਖਾਂ 'ਚ ਅਸੀਂ ਅਥਰੂ ਨਹੀਂ ਦੇਖਿਆ। ਵੀ ਅੱਜ ਮਮਟੀ ਤੇ ਬੈਠੇ ਵੇਖ ਰਹੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਗਏ, ਪਰ ਹੈਰਾਨ ਹੋ ਗਏ ਗੁਰੂ ਦੀਆਂ ਅੱਖਾਂ ਵਿੱਚ ਅਥਰੂ ਨਹੀਂ, ਸਗੋਂ ਜ਼ਬਾਨ ਲਫ਼ਜ਼ਾਂ ਦੇ ਉੱਤੇ ਉੱਚੀ ਜਕਾਰਾ ਸੀ। ਫਿਰ ਸਿੱਖ ਦੇਖ ਰਹੇ ਨੇ ਗੁਰੂ ਸਾਹਿਬ ਜੀ ਨੂੰ, ਗੁਰੂ ਸਾਹਿਬ ਬਾਬਾ ਜੁਝਾਰ ਸਿੰਘ ਨੂੰ ਸ਼ਹੀਦ ਹੁੰਦਿਆਂ ਵੇਖ ਰਹੇ ਨੇ, ਸਿੱਖ ਵੇਖ ਰਹੇ ਨੇ ਵੀ ਸ਼ਾਇਦ ਗੁਰੂ ਦੀਆਂ ਅੱਖਾਂ 'ਚ ਹੁਣ ਅਥਰੂ ਆਏਗਾ। ਤੇ ਇਤਿਹਾਸ ਕਹਿੰਦਾ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਦੂਜਾ ਜਕਾਰਾ ਗਜਾਇਆ। ਸਿੱਖ ਹੈਰਾਨ ਹੋ ਗਏ ਵੀ ਮਹਾਰਾਜ ਵੀ ਇੱਕ ਸਾਹਿਬਜ਼ਾਦਾ ਗਿਆ, 2 ਸਾਹਿਬਜ਼ਾਦੇ ਗਏ। ਬਹੁਤ ਵਿਦਵਾਨਾਂ ਨੇ ਇੱਥੇ ਵੀ ਲਿਖਤ ਲਿਖੀ ਹੈ, ਬੜੀ ਪ੍ਰਚਲਿਤ ਇੱਕ ਲਿਖਤ ਹੈ। ਉਹਨੇ ਬਾਕੀ ਸਮਾਜ ਦੇ ਸੰਸਾਰ ਦੇ ਕਈ ਪੀਰ ਪੈਰੋਕਾਰ ਅਵਤਾਰੀ ਪੁਰਸ਼ਾਂ ਦੀ ਗੱਲ ਕੀਤੀ ਹੈ ਵੀ ਜਦੋਂ ਸੰਸਾਰ ਤੋਂ ਕੁਝ ਸਮੇਂ ਲਈ ਕਿਤੇ ਜਾਂਦੇ ਨੇ, ਉਹਨਾਂ ਦੇ ਵਡੇਰੇ ਜਾਂ ਉਹਨਾਂ ਦੇ ਆਪਣੇ ਆਪ ਨੂੰ ਖਤਮ ਕਰ ਲੈਂਦੇ ਨੇ। ਜਿਵੇਂ ਉਹਨੇ ਰਾਈਟਰ ਨੇ ਲਿਖਿਆ ਵੀ 2 ਸੁਤ ਘਰ ਰਹੇ ਬਨ ਕੋ ਸਿਧਾਰੇ ਦੋ, ਦਸ਼ਰਥ ਜੀ ਨੇ ਗਿਰ ਕਰ ਪ੍ਰਾਣ ਕੋ ਨਿਕਾਰਾ ਥਾ। ਦੂਜਾ ਜ਼ਿਕਰ ਕੀਤਾ ਉਹਨੇ 100 ਪੂਤ ਮੋਏ ਵਸ਼ਿਸ਼ਟ ਮੁਨੀ ਗਿਆਨੀ ਜੀ ਕੇ, ਤਨ ਪਾਥਰ ਬਾਂਧ ਕਰ ਬਿਆਸਰੀ ਮੇ ਡਾਰਾ ਥਾ। ਤੀਜੀ ਗੱਲ ਰਾਈਟਰ ਨੇ ਕੀਤੀ ਹੈ ਕਿ ਅਸਵਤਾਮਾ ਹੁਤੋ द्रोणा जी ने प्राण त्यागे, नर और कुंचर में भेद ना पछाना था। ते अगली गल उन्हें गुरु गोबिंद सिंह जी दी कीती है भी ऐसा कोई होया ना जहान विच खालसा जी, 4 पुत्र वार के भी शुक्र गुजारा था। भी वो केवल ते केवल गुरु गोबिंद सिंह जी ने जेड़े अख दे विचों अथरू ना आण ते अख दे विच अथरू लुकोलिया पर जबान दे उत्ते एक जकारा ਉਹ ਗਜਾਇਆ ਹੈ। ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਸੀ। ਅੱਜ ਆਪਾਂ ਪੰਜਾਬ ਦਾ ਮਾਹੌਲ ਵੇਖਦੇ ਹਾਂ, ਅਖਬਾਰ ਪੜ੍ਹਦੇ ਹਾਂ ਜਾਂ ਆਪਾਂ ਆਮ ਫੇਸਬੁੱਕ ਵਗੈਰਾ ਤੇ ਖਬਰਾਂ ਪੜ੍ਹਦੇ ਹਾਂ, ਕਿੰਨੀ ਜ਼ਿਆਦਾ ਸੁਸਾਈਡ ਕੇਸ ਸਾਡੇ ਸਾਹਮਣੇ ਆ ਰਹੇ ਨੇ। ਪੰਜਾਬ ਦੇ ਬੱਚੇ ਕੋਈ 10th ਚੋਂ ਫੇਲ ਹੋ ਗਿਆ, +2 ਚੋਂ ਫੇਲ ਹੋ ਗਿਆ, ਇੱਕੋ ਹੱਲ ਲੱਭਿਆ ਸੁਸਾਈਡ। ਕੋਈ ਪਰਿਵਾਰ ਦੇ ਵਿੱਚ ਪਤੀ ਪਤਨੀ ਦਾ ਛੋਟਾ ਮੋਟਾ ਕੋਈ ਝਗੜਾ, ਉਹਦਾ ਨਤੀਜਾ ਕੀ ਕੱਢ ਰਹੇ ਨੇ? ਸੁਸਾਈਡ। ਨੌਜਵਾਨ ਪੜ੍ਹ ਲਿਖ ਕੇ ਉਹਦਾ ਵੀਜ਼ਾ ਨਾ ਲੱਗਿਆ, ਇੱਕੋ ਰੀਜ਼ਨ ਉਹਨਾਂ ਨੇ ਫੜਿਆ ਸੁਸਾਈਡ। ਸੋ ਉਹਨਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਵੀ ਜਿਸ ਗੁਰੂ ਦੇ ਸਾਹਮਣੇ 2 ਨੌਜਵਾਨ ਪੁੱਤ ਇਸ ਸੰਸਾਰ ਤੋਂ ਗਏ ਨੇ, ਪਰ ਉਹ ਜਕਾਰੇ ਗਜਾ ਰਹੇ ਨੇ, ਸਾਨੂੰ ਇੱਕ ਤਿਆਰ ਕਰ ਰਹੇ ਨੇ ਪ੍ਰੈਕਟੀਕਲੀ ਜੀਵਨ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ। ਇੱਕ ਮੈਂ ਕਿਤਾਬ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਇੱਕ ਖਿਡਾਰੀ ਆ ਲੌਨ ਟੈਨਿਸ ਦਾ, ਉਹਦਾ ਨਾਮ ਸੀਗਾ ਅਥੋਨ ਐਸ਼। ਉਹ ਤਕਰੀਬਨ 1993-94 ਦੇ ਵਿੱਚ ਉਹ ਚੜ੍ਹਾਈ ਕਰ ਗਿਆ ਸੀਗਾ, ਮਰ ਗਿਆ ਸੀਗਾ, ਤੇ ਉਹਨੂੰ ਰੋਗ ਸੀ ਕੋਈ। ਤੇ ਉਹ ਜਿਹੜਾ ਲੌਨ ਟੈਨਿਸ ਦੇ ਵਿੱਚ ਅਥੋਨ ਐਸ਼ ਹੈ ਜਿਹੜਾ ਖਿਡਾਰੀ, ਉਹ ਚੈਂਪੀਅਨ ਰਿਹਾ, ਵਰਲਡ ਚੈਂਪੀਅਨ, ਪਹਿਲੇ ਦਰਜੇ ਦਾ ਖਿਡਾਰੀ ਰਿਹਾ। ਤੇ ਜਦੋਂ ਉਹ ਬਿਮਾਰੀ ਕਰਕੇ ਬੈੱਡ ਤੇ ਆਇਆ, ਉਹਦੇ ਪ੍ਰਸ਼ੰਸਕ ਨੇ ਜਿਹੜੇ ਉਹਨੂੰ ਪੱਤਰ ਲਿਖਦੇ ਸੀ, ਉਹਦੇ ਆਲੇ ਦੁਆਲੇ ਬਿਸਤਰੇ ਦੇ ਉੱਤੇ ਇੰਨੀਆਂ ਚਿੱਠੀਆਂ ਪਈਆਂ। ਉਹਨੇ ਮਨ ਪਰਚਾਵੇ ਲਈ ਵੀ ਮੈਂ ਬਿਸਤਰ ਤੇ ਪਿਆ, ਰੋਗ ਲੱਗਿਆ, ਵੀ ਮੈਂ ਕੀ ਕਰਾਂ, ਮਨ ਪਰਚਾਵੇ ਲਈ ਉਹ ਚਿੱਠੀਆਂ ਪੜ੍ਹਦਾ ਹੈ। ਕੋਈ ਸਵਾਲ ਪੁੱਛਦਾ ਵਿੱਚ, ਕੋਈ ਕਿਹੜੀਆਂ ਗੱਲਾਂ ਲਿਖਦਾ, ਕੋਈ ਕਹਿੰਦਾ ਵੀ ਮੈਂ ਤੁਹਾਨੂੰ ਉਸ ਗਰਾਊਂਡ ਦੇ ਵਿੱਚ ਉੱਥੇ ਮਿਲਿਆ ਸੀ, ਤੁਸੀਂ ਮੇਰੇ ਹੱਥ ਤੇ ਕਾਗਜ਼ ਤੇ ਸਿਗਨੇਚਰ, ਇਸ ਤਰ੍ਹਾਂ ਦੇ ਉਹ ਪੜ੍ਹ ਕੇ ਖੁਸ਼ ਹੁੰਦਾ। ਕਈਆਂ ਨੇ ਸਵਾਲ ਕੀਤੇ ਪਰ ਉਹਨੇ ਕਿਸੇ ਵੀ ਦਾ ਉੱਤਰ ਨਹੀਂ ਦਿੱਤਾ ਅਥੋਨ ਐਸ਼ ਨੇ। ਉਹ ਰਾਈਟਰ ਨੇ ਲਿਖਿਆ, ਕਹਿੰਦੇ ਉਹਨੇ ਇੱਕ ਪੱਤਰ ਚੁੱਕਿਆ, ਉਹਦੇ ਵਿੱਚ ਲਿਖਿਆ ਹੋਇਆ ਸੀ ਵੀ ਰੱਬ ਨੇ ਅਥੋਨ ਐਸ਼ ਤੈਨੂੰ ਇਹ ਰੋਗ ਕਿਉਂ ਲਾਇਆ। ਵੀ ਉਹ ਅਥੋਨ ਐਸ਼ ਨੇ ਜਦੋਂ ਪੜ੍ਹਿਆ ਨਾ, ਉਹਨੇ ਕਿਹਾ ਵੀ ਮੈਂ ਇਸ ਸਵਾਲ ਦਾ ਉੱਤਰ ਦੇਵਾਂਗਾ, ਹੋਰ ਕਿਸੇ ਦਾ ਉੱਤਰ ਨਹੀਂ ਦੇਣਾ। ਫਿਰ ਉਹਨੇ ਉੱਤਰ ਬੜਾ ਕਮਾਲ ਦਾ ਦਿੱਤਾ ਸੀਗਾ। ਉਹਨੇ ਲਿਖਿਆ, ਉੱਤਰ ਜਵਾਬ ਦਿੱਤਾ, ਕਹਿੰਦਾ ਇਸ ਸੰਸਾਰ ਦੇ ਵਿੱਚ 5 ਕਰੋੜ ਬੱਚੇ ਟੈਨਿਸ ਖੇਡਣ ਲੱਗਦੇ ਨੇ, ਸਿੱਖਦੇ ਨੇ, ਵੱਡੇ ਪੱਧਰ ਤੱਕ ਜਿਹੜੇ ਨੇ 50,000 ਪਹੁੰਚ ਪਾਉਂਦੇ ਨੇ। ਉਸ ਤੋਂ ਬਾਅਦ ਜਿਹੜੇ ਰਿਟਨ ਪੱਧਰ ਤੇ ਸਕੂਲੀ ਪੱਧਰ ਤੇ ਪਹੁੰਚਦੇ ਨੇ ਉਹ 5,000 ਹੁੰਦੇ ਨੇ। ਜਿਹੜੇ ਫਿਰ ਉਹਦੇ ਵਿੱਚੋਂ ਨਿਕਲ ਕੇ ਹੋਰ ਵੱਡੇ ਪੱਧਰ ਤੇ ਪਹੁੰਚਦੇ ਨੇ ਉਹਨਾਂ ਦੀ ਸੰਖਿਆ 50 ਕੁ ਰਹਿ ਜਾਂਦੀ ਹੈ।
ਜਿਹੜੇ ਵੱਖ-ਵੱਖ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਟੈਨਿਸ ਦੇ ਵਿੱਚ ਨਾਮ ਦਰਜ ਕਰਦੇ ਨੇ, ਅਲੱਗ-ਅਲੱਗ ਦੇਸ਼ਾਂ ਦੇ ਪਹੁੰਚਦੇ, ਕਹਿੰਦਾ 50 ਰਹਿ ਜਾਂਦੇ ਨੇ। 50 ਦੇ ਵਿੱਚੋਂ ਕਹਿੰਦਾ ਖੇਡ ਕੇ ਉਹਦੇ ਵਿੱਚੋਂ ਸਫਲ ਹੋ ਕੇ ਜਿੱਤ ਕੇ 4 ਜਣੇ ਸੈਮੀਫਾਈਨਲ 'ਚ ਪਹੁੰਚਦੇ ਨੇ। 4 ਦੇ ਵਿੱਚੋਂ 2 ਕਹਿੰਦਾ ਫਾਈਨਲ 'ਚ ਪਹੁੰਚਦੇ ਨੇ। ਅਥੋਨ ਐਸ਼ ਉਹਦਾ ਉੱਤਰ ਦਿੰਦਾ ਵੀ ਉਹਨਾਂ ਦੋਵਾਂ 'ਚੋਂ ਇੱਕ ਮੈਂ ਜਿਹੜਾ ਇਹ ਵਰਲਡ ਚੈਂਪੀਅਨ ਜਿੱਤਿਆ ਸੀ। ਕਹਿੰਦਾ ਜਦੋਂ ਪੂਰੇ ਸੰਸਾਰ 'ਚੋਂ ਇੱਕ ਮੈਂ ਜਿੱਤਿਆ ਏ, ਉਦੋਂ ਮੈਂ ਰੱਬ ਨੂੰ ਨਹੀਂ ਪੁੱਛਿਆ ਵੀ ਤੂੰ ਮੈਨੂੰ ਕਿਉਂ ਜਿਤਾਇਆ, ਤੇ ਜੇ ਅੱਜ ਮੈਨੂੰ ਰੋਗ ਲੱਗ ਗਿਆ ਤੇ ਮੈਂ ਰੱਬ ਨੂੰ ਕਿਉਂ ਕਹਾਂ ਵੀ ਮੈਨੂੰ ਰੋਗ ਕਿਉਂ ਲੱਗਿਆ। ਭਾਵ ਅਰਥ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੜਾ ਪਿਆਰਾ ਬਚਨ ਬਖਸ਼ਿਸ਼ ਕਰਦੀ ਹੈ, ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ। ਗੁਰੂ ਸਾਹਿਬ ਕਹਿੰਦੇ ਉਹ ਬੋਲ ਫਜ਼ੂਲ ਨੇ ਜਿਹੜੇ ਦੁੱਖ ਨੂੰ ਛੱਡ ਕੇ ਸੁੱਖ ਦੀਆਂ ਮੰਗਾਂ ਮੰਗਦੇ ਨੇ। ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ, ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਤੋਂ ਗੁਰੂ ਸਾਹਿਬ ਜੀ ਨੇ ਪ੍ਰੈਕਟੀਕਲੀ ਸਾਡੇ ਸਾਹਮਣੇ ਰੱਖ ਦਿੱਤਾ ਵੀ ਜੇ ਕਿਤੇ ਆਨੰਦਪੁਰ ਸਾਹਿਬ ਦੇ ਵਿੱਚ ਮੌਜਾਂ ਨੇ, ਸਿੱਖ ਸੰਗਤਾਂ ਨੇ, ਪਰਿਵਾਰ ਹੈ, ਸਾਹਿਬਜ਼ਾਦੇ ਹੈ, ਆਪਣਾ ਆਨੰਦਪੁਰ ਸਾਹਿਬ ਆ, ਆਪਣਾ ਪ੍ਰਬੰਧ ਹੈ, ਉਦੋਂ ਸ਼ੁਕਰਾਨਾ ਹੈ। ਜੇ ਸੁੱਖ ਦੇ ਤਾਂ ਤੁਝੇ ਇਰਾਦੀ। ਜੇ ਅੱਜ ਮਾਛੀਵਾੜੇ ਦੇ ਜੰਗਲ ਨੇ, ਟਿੰਡ ਦਾ ਸਰਾਣਾ ਏ, ਤੇ ਉੱਥੇ ਉਸ ਮਾਹੌਲ ਦੇ ਵਿੱਚ ਜਿੱਥੇ ਨਾ ਸਾਹਿਬਜ਼ਾਦੇ ਨੇ, ਨਾ ਪਰਿਵਾਰ ਹੈ, ਨਾ ਮਾਤਾ ਜੀ ਆ, ਨਾ ਸਿੱਖ ਨੇ, ਸਗੋਂ ਸਾਰਾ ਕੁਝ ਅੱਖੀਂ ਵੇਖ ਕੇ ਮਾਛੀਵਾੜੇ ਦੇ ਜੰਗਲ 'ਚ ਨੇ, ਤੇ ਉੱਥੇ ਕੀ ਹੈ, ਜੇ ਸੁੱਖ ਦੇ ਤਾਂ ਤੁਝੇ ਇਰਾਦੀ, ਦੁੱਖ ਵੀ ਤੁਝੇ ਤੇ ਆਈ। ਉੱਥੇ ਵੀ ਗੁਰੂ ਸਾਹਿਬ ਜੀ ਦੇ ਕੋਲ ਸ਼ੁਕਰਾਨਾ ਹੈ। ਸਗੋਂ ਗੁਰੂ ਸਾਹਿਬ ਅਗਲੀ ਪਲੈਨਿੰਗ ਕਰਦੇ ਆ। ਦੇਖੋ ਇਹ ਸਾਡੇ ਕੋਲ ਆਪਸ਼ਨ ਹੁੰਦੇ ਨੇ। ਇੱਕ ਆਪਸ਼ਨ ਹੁੰਦਾ ਵੀ ਛੋਟਾ ਮੋਟਾ ਦੁੱਖ ਆਇਆ ਉਹਦੇ ਵਿੱਚ ਘਿਰ ਜਾਓ ਕਿ ਮੈਂ ਮਾਰਿਆ ਗਿਆ, ਮੇਰੇ ਨਾਲ ਇਹ ਵਾਪਰ ਗਿਆ, ਹਾਏ ਮੈਂ ਹੁਣ ਕੀ ਕਰਾਂ। ਇਸ ਤਰੀਕੇ ਜ਼ਿੰਦਗੀ ਜੀ ਲਓ, ਜ਼ਿੰਦਗੀ ਗੁਜ਼ਰ ਜਾਣੀ ਹੈ, ਰੋ ਰੋ ਕੇ ਗੁਜ਼ਰ ਜਾਣੀ ਹੈ। ਬਿਲਕੁਲ ਜੀ। ਇੱਕ ਦੂਜਾ ਆਪਸ਼ਨ ਹੁੰਦਾ ਵੀ ਜੋ ਕੁਝ ਹੋਇਆ ਸੋ ਹੋਇਆ, ਅੱਗੇ ਮੇਰਾ ਨਿਸ਼ਾਨਾ ਕੀ ਹੈ, ਹਾਂਜੀ, ਅੱਗੇ ਮੇਰਾ ਏਜੰਡਾ ਕੀ ਹੈ, ਹਾਂਜੀ, ਅੱਗੇ ਮੇਰੀ ਮੰਜ਼ਿਲ ਕੀ ਹੈ। ਬਸ ਗੁਰੂ ਸਾਹਿਬ ਜੀ ਨੇ ਇਹ ਦੂਜਾ ਆਪਸ਼ਨ ਚੁਣ ਕੇ ਸਾਡੀ ਸਾਰੀ ਕੌਮ ਨੂੰ, ਪੂਰੀ ਮਨੁੱਖਤਾ ਨੂੰ ਇਹ ਉਪਦੇਸ਼ ਦਿੱਤਾ ਕਿ ਛੋਟੇ ਮੋਟੇ ਦੁੱਖ ਦਰਦ ਤਕਲੀਫ ਦੀ ਪਰਵਾਹ ਨਹੀਂ ਮੰਨਣੀ, ਤੁਰਦੇ ਜਾਓ, ਮੰਜ਼ਿਲ ਵਾਲੇ ਪਾਸੇ ਤੁਰਦੇ ਜਾਓ। ਗੁਰੂ ਸਾਹਿਬ ਜੀ ਦਮਦਮਾ ਸਾਹਿਬ ਪਹੁੰਚਦੇ ਨੇ, ਇੱਕ ਵੱਡੀ ਪਲੈਨਿੰਗ ਕਰਦੇ ਨੇ, ਕਿਉਂਕਿ ਇੱਕ ਅਹਿਮ ਕਾਰਜ ਕਰਨਾ ਬਾਕੀ ਸੀਗਾ, ਉਹ ਸੀਗਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤਾਂ ਕਰਕੇ ਗੁਰੂ ਸਾਹਿਬ ਜੀ ਛੋਟੇ ਛੋਟੇ ਦੁੱਖਾਂ 'ਚ ਕਿਤੇ ਨਾ ਘਬਰਾਏ ਨੇ, ਨਾ ਟੁੱਟੇ ਨੇ, ਨਾ ਮੁਰਝਾਏ ਨੇ, ਬਸ ਉਹ ਤੁਰਦੇ ਗਏ। ਇਹੀ ਫਿਰ ਸਿੱਖਾਂ ਨੇ ਰੋਲ ਅਦਾ ਕੀਤਾ। ਸਿੱਖਾਂ ਨੇ ਵੀ ਫਿਰ ਗੁਰੂ ਸਾਹਿਬ ਜੀ ਦੇ ਨਾਲ ਰਹਿ ਕੇ ਹਰ ਇੱਕ ਮੁਸ਼ਕਲ ਨੂੰ ਹੰਢਾਇਆ ਹੈ, ਕਿਉਂਕਿ ਸਿੱਖ ਉਹ ਹੈ ਨਾ ਜਿਹੜਾ ਆਪਣੇ ਮਾਲਕ ਦੇ ਦਰ ਨੂੰ ਛੱਡ ਕੇ ਨਹੀਂ ਜਾਂਦਾ। ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ, ਜੇ ਬਖਸ਼ੇ ਤਾਂ ਵਡਿਆਈ, ਬਿਲਕੁਲ, ਜੇ ਪਾਸ ਬਹਾਲੇ ਤਾਂ ਤੇਰੀ ਉਪਮਾ, ਜੇ ਮਾਰ ਕੱਢੇ ਪੀ ਤੇ ਆਈ। ਵੀ ਜੇ ਕਿਤੇ ਤਸ਼ੱਦਦਾਂ, ਜੇ ਕਿਤੇ ਭੁੱਖ, ਜੇ ਕਿਤੇ ਦੁੱਖ ਸਹਾਰਨੇ ਪੈ ਰਹੇ ਨੇ, ਤੇ ਸਿੱਖ ਵੀ ਕਹਿ ਰਹੇ ਨੇ ਮਹਾਰਾਜ ਕੀਤਿਆਂ ਦੁੱਖ ਭੂਖ ਸਦ ਮਾਰ ਇਹ ਪੇਦਾਤ ਤੇਰੀ ਦਾਤਾਰ। ਤਾਂ ਕਰਕੇ ਅੱਜ ਜਿਹੜਾ ਪੰਜਾਬ ਦਾ ਮਾਹੌਲ ਹੈ ਉਹਦੇ ਵਿੱਚ ਇਹ ਅਹਿਮ ਗੱਲ ਸਾਨੂੰ ਸਮਝਣੀ ਪੈਣੀ ਹੈ। ਸਾਹਿਬਜ਼ਾਦਿਆਂ ਤੋਂ, ਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ, ਸਿੱਖਾਂ ਦੇ ਜੀਵਨ 'ਚੋਂ ਸਿੱਖਿਆ ਲੈਣੀ ਪੈਣੀ ਹੈ ਵੀ ਜਿਹੜੇ ਸੁਸਾਈਡ ਕੇਸ ਵੱਧ ਰਹੇ ਨੇ ਉਹ ਅਸੀਂ ਆਪਣੇ ਮਨ ਨੂੰ ਮਜ਼ਬੂਤ ਕਰੀਏ। ਛੋਟੀ ਛੋਟੀ ਗੱਲ ਦੇ ਗਿੱਲੇ ਸ਼ਿਕਵੇ ਝਗੜਿਆਂ ਨੂੰ ਖਤਮ ਕਰਕੇ ਚੜ੍ਹਦੀ ਕਲਾ ਦਾ ਆਪਾਂ ਜੀਵਨ ਜਿਹੜਾ ਹੈ ਉਹ ਬਤੀਤ ਕਰਨਾ। ਹਾਂਜੀ ਲਖਵੀਰ ਸਿੰਘ ਜੀ, ਜੇ ਅਸੀਂ ਗੱਲ ਕਰੀਏ ਕਿ ਇਹ ਸਿੱਖ ਪੰਥ ਦਾ ਸਭ ਤੋਂ ਜ਼ਿਆਦਾ ਪ੍ਰਚਾਰ ਹੋ ਰਿਹਾ ਆ, ਗੁਰਮਤਿ ਸਮਾਗਮ ਉਲੀਕੇ ਜਾ ਰਹੇ ਨੇ, ਕਾਫੀ ਗੁਰਮਤ ਦੇ ਪੱਧਰ ਤੇ ਜਿਹੜੇ ਨੇ ਕਾਰਜ ਵੀ ਕੀਤੇ ਜਾਂਦੇ ਨੇ, ਪਰ ਫਿਰ ਵੀ ਜਿਹੜਾ ਸਿੱਖ ਪੰਥ ਹੈ, ਸਿੱਖੀ ਆ ਜਾਂ ਗੁਰਮਤ ਦੀ ਗੱਲ ਕਰੀਏ, ਕਾਫੀ ਉਹਦੇ ਵਿੱਚ ਨਿਗਾਰ ਆਇਆ। ਉਹਦਾ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਜਾਂ ਮਾਪੇ ਸੁਚੇਤ ਨਹੀਂ, ਮਾਪਿਆਂ ਦੇ ਜਿਹੜੇ ਗਿਆਨ ਦੇ ਵਿੱਚ ਘੱਟ ਆਇਆ, ਇਹ ਤੁਸੀਂ ਕੀ ਮੰਨਦੇ ਹੋ? ਤੁਸੀਂ ਦੇਖੋ ਜੀ, ਜਿਹੜਾ ਇਹਦੇ ਵਿੱਚ ਸਾਡੇ ਪ੍ਰਚਾਰਕਾਂ ਦਾ, ਹਾਂਜੀ, ਪ੍ਰਬੰਧਕ ਸਿਸਟਮ ਦਾ ਰੋਲ ਆ, ਕਿਤੇ ਨਾ ਕਿਤੇ ਉਹਦੇ ਵਿੱਚ ਵੀ ਕਮੀ ਰਹੀ ਆ। ਪ੍ਰਬੰਧਕ ਕਹਿੰਦੇ ਜੀ ਸਮਾਗਮ ਬੜੇ ਵਧੀਆ ਹੋ ਗਏ ਜੀ, ਉਹਨਾਂ ਨੂੰ ਪੁੱਛਿਆ ਵੀ ਸਿੱਖੀ 'ਚ ਕਿੰਨੇ ਜਣੇ ਵਧੀਆ, ਕਹਿੰਦੇ ਨਹੀਂ ਸਾਡੀ ਗੋਲਕਾਂ ਬਹੁਤ ਭਰ ਗਈਆਂ, ਬਹੁਤ ਵਧੀਆ, ਕਹਿੰਦੇ ਆਨੰਦ ਆ ਗਿਆ ਜੀ, ਕਹਿੰਦੇ ਪ੍ਰੋਗਰਾਮ ਦਾ। ਹਾਂਜੀ। ਤੇ ਜਿਹੜੇ ਪ੍ਰਚਾਰਕ ਨੇ ਉਹ ਅੱਜ ਦੇ ਨੌਜਵਾਨਾਂ ਦੇ ਲੈਵਲ ਦੀ ਗੱਲ ਨਹੀਂ ਕਰ ਰਹੇ। ਇੱਕ ਬਹੁਤ ਵੱਡੇ ਪ੍ਰਚਾਰਕ ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਜੀ ਭਾਈ ਲਹਿਣਾ ਜੀ ਨੇ ਦਰਖਤ ਹਿਲਾਇਆ ਤੇ ਮਠਿਆਈਆਂ ਡਿੱਗ ਗਈਆਂ। ਹਾਂਜੀ। ਤੇ ਮੈਂ ਕੱਲ ਹੀ ਇਤਿਹਾਸ ਪੜ੍ਹ ਰਿਹਾ ਸੀ ਵੀ ਗੁਰੂ ਸਾਹਿਬ ਜੀ ਦੇ ਸਿੱਖ ਆਨੰਦਪੁਰ ਸਾਹਿਬ 'ਚ ਦਰਖਤਾਂ ਤੋਂ ਛਿੱਲੜ ਪੱਤੇ ਖਾ ਕੇ ਗੁਜ਼ਾਰਾ ਕਰ ਰਹੇ ਨੇ। ਉਦੋਂ ਵੀ ਗੁਰੂ ਗੋਬਿੰਦ ਸਿੰਘ ਜੀ ਮੌਜੂਦ ਨੇ। ਗੁਰੂ ਗੋਬਿੰਦ ਸਿੰਘ ਜੀ ਦਰਖਤ ਹਿਲਾਈ ਜਾਂਦੇ,
ਅਨੰਦਪੁਰ ਸਾਹਿਬ ਦੇ ਘੇਰੇ 'ਚ ਉੱਥੇ ਖੋਇਆ ਕੀ, ਮਠਿਆਈਆਂ ਕੀ, ਉਹ ਝੜੀ ਜਾਂਦੀਆਂ ਦਰਖਤ ਤੋਂ। ਤਾਂ ਕਰਕੇ ਜਿਹੜਾ ਪ੍ਰਚਾਰਕਾਂ ਦਾ ਰੋਲ ਹੈ ਉਹ ਵੀ ਕਿਤੇ ਨਾ ਕਿਤੇ ਉਸ ਲੈਵਲ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਬੱਚੇ ਐਜੂਕੇਸ਼ਨ ਹੋ ਰਹੇ ਨੇ, ਐਜੂਕੇਸ਼ਨ ਪ੍ਰਾਪਤ ਕਰ ਰਹੇ ਨੇ, ਸੋਚ ਦਾ ਪੱਧਰ ਉੱਚਾ ਹੋ ਗਿਆ। ਅਸੀਂ ਉਹੀ ਗਪੌੜ, ਉਹੀ ਝੂਠੀਆਂ ਕਹਾਣੀਆਂ ਜੇ ਸੁਣਾਵਾਂਗੇ ਫਿਰ ਬੱਚੇ ਬੈਠਣਗੇ ਨਹੀਂ, ਉਹ ਕਹਿਣਗੇ ਵੀ, ਕਿਉਂਕਿ ਉਹਨਾਂ ਨੂੰ ਮਾਈਂਡ 'ਚ ਕਲਿੱਕ ਕਰ ਜਾਏਗਾ ਵੀ ਇਹ ਗੱਲ ਨਹੀਂ, ਫਿਰ ਉਹ ਬਸ ਨਿਕਲ ਜਾਣਗੇ। ਤਾਂ ਕਰਕੇ ਸਾਨੂੰ ਉਸ ਪੱਧਰ ਤੱਕ ਵੀ ਸਟੱਡੀ ਕਰਨੀ ਪਏਗੀ ਤੇ ਪ੍ਰਬੰਧਕਾਂ ਨੂੰ ਵੀ ਜਿਹੜਾ ਊੜਾ ਜੂੜਾ ਬਾਣੀ ਦੇ ਸੰਭਾਲ ਦੇ ਲਈ ਕੋਈ ਗੁਰਮਤ ਕਲਾਸਾਂ ਤੇ ਇਸ ਤਰ੍ਹਾਂ ਦੇ ਜਿਹੜੇ ਵੱਡੇ ਵੱਡੇ ਰੋਲ ਨੇ ਉਹ ਅਦਾ ਕਰਨੇ ਪੈਣਗੇ, ਤਾਂ ਸਾਡੇ ਵਿੱਚ ਜਿਹੜੇ ਇਹ ਸਮਾਗਮਾਂ ਦੇ ਜਾਂ ਇਹਨਾਂ ਦਿਹਾੜਿਆਂ ਦੇ ਵਿੱਚ ਤਾਂ ਸਾਡੇ ਕਾਰਜ ਲਾਹੇ ਦੇ ਜਾ ਸਕਦੇ ਹਨ ਜੀ। ਹਾਂਜੀ, ਤੇ ਜਿਵੇਂ ਅਸੀਂ ਗੱਲ ਕਰੀਏ ਕਿ ਸਕੂਲ ਦੇ ਵਿੱਚ ਜਿਹੜੀ ਐਜੂਕੇਸ਼ਨ ਹੈ ਉਹਦੇ ਵਿੱਚੋਂ ਵੀ ਜਿਹੜੇ ਕਾਫੀ ਇਤਿਹਾਸ ਹਟਾਏ ਗਏ ਨੇ, ਉਹਨਾਂ ਕਰਕੇ ਵੀ ਲੱਚਰਤਾ ਨੂੰ ਪਹਿਲ ਦੇ ਰਹੇ ਨੇ, ਜਾਂ ਮਤਲਬ ਅਸੀਂ ਵੈਸਟਰਨ ਕਲਚਰ ਨੂੰ ਜ਼ਿਆਦਾ ਅਪਣਾਉਂਦੇ। ਤੇ ਇਸ ਸ਼ਹੀਦੀ ਸਮਾਗਮਾਂ ਦੇ ਵਿੱਚ ਤੁਸੀਂ ਨੌਜਵਾਨ ਪੀੜ੍ਹੀ ਨੂੰ ਕੀ ਜਿਹੜਾ ਆ ਆਪਣੇ ਵੱਲੋਂ ਇੱਕ ਮੈਸੇਜ ਦੇਣਾ ਚਾਹੋਗੇ? ਹਾਂਜੀ, ਦੇਖੋ ਇਹਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੱਡੇ ਰੋਲ ਅਦਾ ਕਰਨੇ ਪੈਣੇ ਆ ਜੀ। ਜਿਵੇਂ ਹੁਣ ਵੱਡੀ ਯੂਨੀਵਰਸਿਟੀਆਂ ਨੇ ਜੀ, ਹਾਂਜੀ, ਬਾਬਾ ਫਰੀਦ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਇਹਨਾਂ ਵਿੱਚੋਂ ਸਿੱਖੀ ਦਾ ਸਿਲੇਬਸ ਖਤਮ ਹੋ ਰਿਹਾ ਹੈ। ਦੇਖੋ ਮੈਨੂੰ ਯਾਦ ਹੈ ਆਪਾਂ 10th ਕਲਾਸ 'ਚ 9th ਕਲਾਸ 'ਚ ਜਦੋਂ ਪੰਜਾਬੀ ਦੀ ਪਹਿਲਾ ਲੈਸਨ ਕੱਢਿਆ ਕਰਦੇ ਸੀ, ਉਦੋਂ ਹੁੰਦਾ ਸੀਗਾ ਸ਼੍ਰੀ ਰਾਗ ਮਹਿਲਾ ਪਹਿਲਾ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ, ਸਿਲੇਬਸ ਵਿੱਚ ਹੁੰਦਾ ਸੀ। ਇੱਕ ਹੁੰਦਾ ਸੀਗਾ ਵੀ ਜਿਹੜੀ ਇੱਕ ਪੰਕਤੀ ਲਿਖ ਦੇਣੀ, ਉਸ ਪੰਕਤੀ ਦੇ ਉੱਤੇ ਹੁੰਦਾ ਸੀ ਗੁਰਬਾਣੀ ਦੀ ਪੰਕਤੀ, ਜਿਵੇਂ ਮਿੱਠਤ ਨਿਵੀ ਨਾਨਕਾ, ਗੁਣ ਚੰਗਿਆਈਆਂ ਤਤ, ਇਸ ਉੱਤੇ ਲੇਖ ਲਿਖੋ। ਆਹ ਚੀਜ਼ਾਂ ਖਤਮ ਹੋ ਗਈਆਂ, ਜਿਹੜੀਆਂ ਸਾਨੂੰ ਨਾ ਸਕੂਲੀ ਪੱਧਰ ਤੇ ਮਿਲ ਰਹੀਆਂ ਨੇ ਜੀ, ਨਾ ਸਾਨੂੰ ਵੱਡੇ ਪੱਧਰ ਯੂਨੀਵਰਸਿਟੀ ਪੱਧਰ ਤੇ ਮਿਲ ਰਹੀਆਂ ਨੇ। ਸਾਨੂੰ ਕੁਝ ਹੋਰ ਹੀ ਜਿਹੜਾ ਹੈ ਪਰੋਸ ਕੇ ਰੱਖ ਦਿੱਤਾ, ਜਿਹਦਾ ਸਾਡੀ ਲਾਈਫ ਦੇ ਵਿੱਚ ਕੋਈ ਰੋਲ ਨਹੀਂ ਹੈ, ਜਿਹਦਾ ਕੋਈ ਵੀ ਇੱਕ ਚੀਜ਼ ਦਾ ਸਾਨੂੰ ਲਾਭ। ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਜਗ੍ਹਾ ਜ਼ਰੂਰ ਦੱਸੋ ਜੀ। ਗਗਨਦੀਪ ਸਿੰਘ ਜੀ, ਮੈਂ ਗੁਰਦੀਪ ਸਿੰਘ ਭੁਗਲ ਬੋਲ ਰਿਹਾ ਜੀ। ਜਿਹੜੀ ਭਾਈ ਸਾਹਿਬ ਨੇ ਹੁਣ ਗੱਲ ਕੀਤੀ ਨਾ, ਭਾਈ ਲਖਵੀਰ ਸਿੰਘ ਹੋਰਾਂ ਨੇ, ਤੁਹਾਡੇ ਜਿਹੜੇ ਮਹਿਮਾਨ ਨੇ, ਮੈਂ ਉਹਨਾਂ ਦੀ ਪ੍ਰੋਗਤਾ ਕਰਦਾ, ਬਿਲਕੁਲ ਸਹੀ ਗੱਲ ਵਾ। ਤੇ ਕਿਉਂਕਿ 10ਵੀਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ 25 ਸਾਲ ਗੁਰੂ ਨਾਨਕ ਪਾਤਸ਼ਾਹ ਨੇ ਸੇਵਾ ਲਈ 10 ਕੋਲੋਂ ਵੀ, ਬਿਲਕੁਲ ਜੀ, ਤੇ ਬਹੁਤ ਤਰ੍ਹਾਂ ਦੀਆਂ ਸੇਵਾਵਾਂ ਲਈਆਂ ਮੇਰੇ ਕੋਲ। ਮੈਂ ਵੀ ਇੱਕ ਵਾਰੀ ਦਾ ਕਿਹਾ, ਜਿਹੜੀ ਗੱਲ ਕਹੀ ਨਾ, ਕਹਿੰਦੇ ਜੀ ਉਹ ਜਿਹੜੇ ਆਪਣੇ ਪ੍ਰਬੰਧਕ ਸਨ, ਉਹ ਕਹਿੰਦੇ ਜੀ ਕੋਈ ਗੱਲ ਨਹੀਂ ਜੀ, ਮੈਂ ਗੋਲਕ ਭਰ ਗਈ ਮਾਇਆ ਨਾਲ। ਅਸਲੀ ਗੱਲ ਆ ਜਿਹੜੀ ਭਾਈ ਲਖਵੀਰ ਸਿੰਘ ਨੇ ਕੀਤੀ ਆ, ਵੀ ਅਸੀਂ ਮਾਲਕ ਨੂੰ ਛੱਡ ਕੇ ਮਾਇਆ ਨੂੰ ਜੱਫੀਆਂ ਪਾ ਲਈਆਂ। ਬਿਲਕੁਲ ਜੀ, ਜਿਹੜਾ ਨਿਗਾਰ ਤੁਸੀਂ ਸਵਾਲ ਕੀਤਾ ਸੀ ਨੇ ਬਹੁਤ ਪਾਏਦਾਰ, ਵੀ ਨਿਗਾਰ ਕਿਉਂ ਆਇਆ, ਉਹ ਇਹਨਾਂ ਦਾ ਜਿਹੜਾ ਜਵਾਬ ਸੀ ਉਹ ਮੁੱਕਦੀ ਗੱਲ ਇਹ ਸੀ, ਨਿਚੋੜ ਸੀ, ਅਰਕ ਜਿਹਨੂੰ ਕਹਿੰਦੇ ਆ, ਸਾਰ ਅੰਸ਼ ਜਿਹਨੂੰ ਕਹਿੰਦੇ ਆ, ਵੀ ਅਸੀਂ ਮਾਲਕ ਨੂੰ ਛੱਡ ਕੇ ਮਾਇਆ ਨੂੰ ਜੱਫੀਆਂ ਪਾ ਲਈਆਂ। ਕਾਰਨਾਂ ਤੇ ਪ੍ਰਚਾਰ ਪ੍ਰਸਾਰ ਸੀ। ਤੇ ਮੇਰੀ ਵੀ ਇੱਕ ਮਿੱਤਰ ਨਾਲ ਜਿੱਦਾਂ ਇਹਨਾਂ ਨੇ ਗੱਲ ਦੱਸੀ, ਮਿੱਤਰ ਨਾਲ ਗੱਲ ਹੋਈ ਸੀ, ਕਹਿੰਦਾ ਭੁਗਲ ਸਾਹਿਬ ਯਾਰ ਅਸੀਂ ਲੋਕਾਂ ਨੂੰ ਪਹਿਲਾਂ ਜੋੜਨਾ, ਆਪਣੇ ਨਾਲ ਤੋੜਨਾ ਥੋੜੀ ਆ। ਤੇ ਮੈਂ ਸਵਾਲ ਕੀਤਾ, ਮੈਂ ਕਿਹਾ ਗੁਰਮਤ ਕਰਕੇ ਜੋੜਨਾ ਕਿ ਮਨਮਤ ਕਰਕੇ ਜੋੜਨਾ? ਬਿਲਕੁਲ ਭੁਗਲ ਸਾਹਿਬ, ਇੱਥੇ ਇਹ ਸਵਾਲ ਇਹ ਵੀ ਵੱਡਾ ਆ ਕਿ ਅਸੀਂ ਜਿਹੜੀ ਆ ਉਹ ਕੁਆਲਿਟੀ ਨੂੰ ਨਹੀਂ ਰੱਖਿਆ, ਅਸੀਂ ਕੁਆਂਟੀਟੀ ਵਧਾ ਰਹੇ ਆ, ਹੈ ਨਾ ਜੀ? ਇਹ ਵੀ ਅਸੀਂ ਕਹਿ ਸਕਦੇ ਹਾਂ ਨਾ ਜੀ? ਹਾਂਜੀ, ਆਹ ਗੱਲ ਸੀ, ਬਿਲਕੁਲ ਠੀਕ ਆ ਜੀ। ਅਸਲੀ ਇਹਦਾ ਸਾਰਾਂਸ਼ ਇਹ ਹੈ ਤੁਹਾਡੇ ਸਵਾਲ ਦਾ, ਨਿਗਾਰ ਕਿਉਂ ਆਇਆ? ਕਿਉਂਕਿ ਜਿਹਨਾਂ ਨੇ ਪ੍ਰਚਾਰ ਪ੍ਰਸਾਰ ਕਰਨਾ ਸੀ ਉਹਨਾਂ ਨੇ ਵੀ ਵਾਕਿਆ ਹੀ, ਜਾਂ ਪ੍ਰਬੰਧਕ ਕਮੇਟੀਆਂ ਲੈ ਲਓ, ਸਾਰੀਆਂ ਨਹੀਂ ਮੈਂ ਕਹਿੰਦਾ, ਲੇਕਿਨ ਅਸੀਂ ਮਾਲਕ ਨੂੰ ਛੱਡ ਕੇ, ਮਾਲਕ ਨੂੰ ਪਿੱਠ ਦੇ ਕੇ ਮਾਇਆ ਗੋਲਕ ਭਰ ਕੇ, ਜਿਵੇਂ ਇਹਨਾਂ ਨੇ ਜਵਾਬ ਦਿੱਤਾ। ਸਾਡੇ ਕੋਲ ਜਿਹੜਾ ਸਮਾਂ ਸੀਮਤ ਹੈ ਜੀ, ਹਾਂਜੀ ਭੁਗਲ ਸਾਹਿਬ ਜੀ, ਸਾਡੇ ਕੋਲ ਸਮਾਂ ਸੀਮਤ ਹੈ ਜੀ, ਹੁਕਮਾਂ ਤੇ ਚੱਲਦੇ ਤੇ ਅੱਜ ਸਾਡਾ ਆ ਹਾਲ ਨਹੀਂ ਸੀ ਹੋਣਾ। ਬਿਲਕੁਲ ਜੀ, ਬਿਲਕੁਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਇੱਕ ਵਾਰ ਜਿਹੜਾ ਭੁਗਲ ਸਾਹਿਬ ਨੇ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾਈ ਹੈ, ਬਹੁਤ ਬਹੁਤ ਧੰਨਵਾਦ। ਤੇ ਲਖਵੀਰ ਸਿੰਘ ਜੀ, ਮੈਂ ਤੁਹਾਨੂੰ ਜਿਹੜਾ ਆਖਰੀ ਜਿਹੜਾ ਸਵਾਲ ਪੁੱਛਣਾ ਚਾਹਾਂਗਾ, ਤੇ ਉਹ ਜਿਹੜਾ ਸਵਾਲ ਇਹ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ? ਜਿਵੇਂ ਹੁਣ ਪੰਥ ਪ੍ਰਚਾਰਕ ਨੇ, ਅਲੱਗ-ਅਲੱਗ ਸੋਚ ਨੇ, ਕਈ ਜਿਹੜੇ ਨੇ ਧਿਰ ਬਣ ਚੁੱਕੇ ਨੇ, ਹਰ ਇੱਕ ਧਿਰ ਵੱਲੋਂ ਆਪਣਾ ਇੱਕ ਜਿਹੜਾ ਇਤਿਹਾਸ ਤੋੜ ਮਰੋੜ ਕੇ ਸੁਣਾਇਆ ਜਾਂਦਾ ਹੈ, ਉਹਦੇ ਸਾਹਮਣੇ ਬਿਲਕੁਲ ਇੱਕ ਠੀਕ ਜਿਹੜਾ ਆ ਇਤਿਹਾਸ ਸੁਣਾਇਆ ਜਾਂਦਾ, ਤੇ ਇੱਕ ਜਿਹੜਾ ਪੂਰਾ ਪ੍ਰਤੱਖ ਹੈ ਜੋ ਖਰੜਿਆਂ ਦੇ ਵਿੱਚੋਂ ਮਿਲਦਾ ਆ ਉਹ ਸੁਣਾਇਆ ਜਾਂਦਾ। ਤੇ ਜੋ ਜਿਹੜੇ ਨੌਜਵਾਨ ਪੀੜ੍ਹੀ ਆ ਜਾਂ ਜਿਹੜੇ ਇਤਿਹਾਸ ਸੁਣਨਾ ਚਾਹੁੰਦੀ ਹੈ, ਤੇ ਉਹ ਕਿਸ ਨੂੰ ਸਹੀ ਮੰਨਣ?
ਤੇ ਕੀ ਕਰਨਾ ਚਾਹੀਦਾ ਹੈ ਜਾਂ ਜਿਹੜੇ ਨਵੇਂ ਜੁੜਨ ਵਾਲੇ ਹੋਣ? ਦੇਖੋ ਜੀ, ਚਾਚੇ ਤਾਇਆਂ ਦੇ ਬੱਚੇ ਬੈਠੇ ਸੀਗੇ। ਹਾਂਜੀ। ਇੱਕ ਕਹਿੰਦਾ ਵੀ ਇਹ ਕੰਮ ਕਰਨਾ ਚਾਹੀਦਾ, ਹਾਂਜੀ। ਦੂਜਾ ਕਹਿਣ ਲੱਗਾ ਇਹ ਕੰਮ ਕਰਨਾ ਚਾਹੀਦਾ। ਹਾਂਜੀ। ਉਹਨਾਂ ਚੋਂ ਇੱਕ ਬੱਚੇ ਨੇ, ਸਿਆਣੇ ਨੇ ਉੱਤਰ ਦਿੱਤਾ ਵੀ ਆਪਾਂ ਪਾਪਾ ਨੂੰ ਬੁਲਾਉਂਦੇ ਹਾਂ, ਆਪਣੇ ਦਾਦਾ ਜੀ ਨੂੰ ਬੁਲਾਉਂਦੇ ਹਾਂ। ਹਾਂਜੀ। ਉਹ ਸਾਡੇ ਸਭ ਤੋਂ ਜ਼ਿਆਦਾ ਮਤਲਬ ਕਰਤਾ ਧਰਤਾ ਨੇ, ਸਭ ਕੁਝ ਉਹਨਾਂ ਨੂੰ ਪਤਾ, ਉਹਨਾਂ ਨੂੰ ਬੁਲਾਉਂਦੇ ਹਾਂ। ਹਾਂਜੀ। ਤੇ ਉਹ ਫਿਰ ਜਿਹੜੀ ਸਾਡੀ ਚੀਜ਼ਾਂ ਗਲਤ ਨੇ ਉਹਨੂੰ ਰੱਦ ਕਰਨਗੇ, ਜਿਹੜਾ ਆਪਣੇ ਬੱਚਿਆਂ ਵਿੱਚੋਂ ਸਹੀ ਗੱਲ ਕਰ ਰਿਹਾ ਉਹਨੂੰ ਐਕਸੈਪਟ ਕਰਕੇ ਅੱਗੇ ਕਰਨ ਲਈ ਪ੍ਰੇਰਨਗੇ। ਤੋ ਇਸੇ ਤਰ੍ਹਾਂ ਬਹੁਤ ਲਿਖਤਾਂ ਵਿਦਵਾਨਾਂ ਨੇ ਲਿਖ ਦਿੱਤੀਆਂ ਤੇ ਕਿਸੇ ਇੱਕ ਰਾਈਟਰ ਨੇ ਵੀ ਬੜੇ ਵੱਡੇ ਗ੍ਰੰਥ ਲਿਖ ਦਿੱਤੇ। ਇੱਕ ਰਾਈਟਰ ਦੀ ਸੋਚ ਨੂੰ ਅਸੀਂ ਗ੍ਰੰਥ ਮੰਨ ਕੇ ਉੱਚਾ ਦਰਜਾ ਦਈਏ, ਇਹ ਗਲਤ ਹੈ। ਕਿਉਂਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਫੈਸਲੇ ਦੇ ਉੱਤੇ ਜਿਹੜੀ ਚੀਜ਼ ਐਕਸੈਪਟ ਹੁੰਦੀ ਹੈ ਜੀ ਉਹਨੂੰ ਫੋਲੋ ਕਰ ਲੈਣਾ, ਉਹ ਸੱਚ ਹੈ ਜੀ। ਦੇਖੋ ਹੁਣ ਮੇਰਾ ਸਵਾਲ ਇੱਥੇ, ਮੈਂ ਤੁਹਾਡੀ ਜਿਹੜੀ ਵਿਚਾਰ ਨੂੰ ਇੱਥੇ ਰੋਕਦਾ ਕਿ ਜਿਹੜਾ ਨਵਾਂ ਬੰਦਾ ਆ ਜਿਸ ਨੂੰ ਗੁਰਬਾਣੀ ਨਹੀਂ ਆਉਂਦੀ ਪੜ੍ਹਨੀ, ਤੇ ਉਹ ਕਿੱਥੋਂ ਸ਼ੁਰੂਆਤ ਕਰੇ, ਕਿਵੇਂ ਸ਼ੁਰੂਆਤ ਕਰੇ? ਦੇਖੋ ਜੀ, ਗੁਰਬਾਣੀ ਜਿਹੜੀ ਸਿੱਖਣੀ ਆ ਉਹ ਬੜੀ ਸੌਖੀ ਹੈ ਜੀ। ਹਾਂਜੀ। ਸਭ ਤੋਂ ਮੈਂ ਤੇ ਇਹ ਕਹਿਣਾ ਹੁੰਨਾ ਵੀ ਮੰਜ਼ਿਲ ਤੇ ਉਹੀ ਪਹੁੰਚਦਾ ਜਿਹੜਾ ਤੁਰ ਪਿਆ। ਬਿਲਕੁਲ, ਜਿਹੜਾ ਤੁਰ ਪਿਆ ਉਹ ਮੰਜ਼ਿਲ ਤੇ ਪਹੁੰਚ ਗਿਆ। ਜਿਹੜਾ ਬੰਦਾ ਤੁਰਿਆ ਹੀ ਨਹੀਂ ਉਹ ਮੰਜ਼ਿਲ ਤੇ ਪਹੁੰਚ ਹੀ ਨਹੀਂ ਸਕਦਾ। ਦੇਖੋ, ਗੁਰਮੁਖੀ ਦੀ ਸ਼ੁਰੂਆਤ ਊੜੇ ਆੜੇ ਤੋਂ, 35 ਅੱਖਰ ਨੇ। ਪੰਜਾਬੀ ਸੌਖੀ ਪੜ੍ਹਨੀ ਹੈ ਜਿਹੜੀ ਸਾਨੂੰ ਆ ਜੇ। ਉਹ ਤੋਂ ਬਾਅਦ ਜਿਹੜੇ ਪੁਰਾਣੀ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਨੇ, ਸੁਖਮਨੀ ਸਾਹਿਬ ਦਾ ਪਾਠ ਕਰ ਲੈਂਦੇ ਨੇ, ਉਹਨਾਂ ਲਈ ਡਾਇਰੈਕਟ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਕੋਈ ਔਖੀ ਨਹੀਂ ਹੈ। ਅੱਜ ਕੱਲ ਆਪਾਂ ਦੇਖਦੇ ਹਾਂ ਗੁਰੂ ਘਰਾਂ 'ਚ ਹੁਕਮਨਾਮੇ ਲਿਖੇ ਹੁੰਦੇ ਨੇ ਸਕਰੀਨ ਦੇ ਉੱਤੇ, ਬੋਰਡ ਦੇ ਉੱਤੇ। ਰੋਜ਼ ਦੀ ਉਹ ਪ੍ਰੈਕਟਿਸ ਕਰਨ, ਇੱਕ ਹੁਕਮਨਾਮਾ ਰੋਜ਼ ਦਾ ਪੜ੍ਹਨਾ। ਇਸ ਤਰ੍ਹਾਂ ਜਿਹੜਾ ਅੰਦਰ ਦੇ ਆਪਣੇ ਅੰਦਰ ਤਾਕਤ ਮਿਲੇਗੀ, ਸਾਡੀ ਖਿੱਚ ਪੈਦਾ ਜਿਹੜੀ ਆ ਉਹ ਮਜ਼ਬੂਤ ਹੋਏਗੀ ਤੇ ਝਾਕਾ ਜਿਹੜਾ ਲਹਿੰਦਾ ਜਾਏਗਾ। ਕਿਉਂਕਿ ਅੱਜ ਕੱਲ ਦੇਖੋ, ਕਿਸੇ ਨੌਜਵਾਨ ਨੂੰ ਕਹਿ ਦੋ ਨਾ ਵੀ ਤੂੰ ਪਾਠ ਕਰਕੇ ਸੁਣਾ ਜਾਂ ਪ੍ਰਕਾਸ਼ ਕਰਕੇ ਜਾਂ ਗੁਰੂ ਸਾਹਿਬ ਜੀ ਦੀ ਇੱਕ ਬਾਣੀ ਜਾਂ ਇੱਕ ਤੁਕ ਪੜ੍ਹ ਕੇ ਸੁਣਾ, ਉਹ ਇਹਦੇ ਵਿੱਚ ਸ਼ਰਮ ਮਹਿਸੂਸ ਕਰੇਗਾ। ਜਿਹੜੇ ਕੰਮ ਸ਼ਰਮ ਕਰਨ ਵਾਲੇ ਨੇ ਉੱਥੇ ਮਹਿਸੂਸ ਨਹੀਂ ਕਰਦਾ। ਇਸ ਕਰਕੇ ਜਿਹੜੀ ਗੁਰਬਾਣੀ ਦੇ ਨਾਲ ਜੁੜਨ ਦਾ ਸੌਖਾ ਤਰੀਕਾ ਵੀ ਆਪਾਂ ਥੋੜਾ ਜਿਹੜਾ ਝਾਕਾ ਲਾਈਏ। ਦੇਖੋ ਨਾ, ਇੱਕ ਬੇਅਦਬੀਆਂ ਦੇ ਦੌਰ ਚੱਲ ਰਹੇ ਨੇ। ਬਿਲਕੁਲ ਜੀ। ਇੱਕ ਬੇਅਦਬੀ ਸਭ ਤੋਂ ਵੱਡੀ ਹੋਰ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਪੜ੍ਹਦੇ। ਭੱਟਾਂ ਦੀ ਬਾਣੀ 'ਚ ਇੱਕ ਜ਼ਿਕਰ ਆਉਂਦਾ ਹੈ ਵੀ ਜਿਹਨੂੰ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਿਅਥ ਸੰਸਾਰ ਮੈਂ। ਵੀ ਜਿਨ੍ਹਾਂ ਨੇ ਗੁਰੂ ਦੇਖਿਆ ਹੀ ਨਹੀਂ, ਗੁਰੂ ਨਾਲ ਗੱਲ ਹੀ ਨਹੀਂ ਕੀਤੀ, ਗੁਰੂ ਦੀ ਬਾਣੀ ਤੋਂ ਜਾਣੂ ਹੀ ਨਹੀਂ ਹੋਏ, ਗੁਰੂ ਸਾਹਿਬ ਕਹਿੰਦੇ ਵੀ ਉਹ ਅਕਿਅਥ ਨੇ ਸੰਸਾਰ 'ਚ। ਮਤਲਬ ਕਿ ਉਹ ਵੀ ਇੱਕ ਬੇਅਦਬੀ ਹੈ। ਹਾਂਜੀ। ਜਿਸ ਗੁਰੂ ਨੇ ਐਡਾ ਮਹਾਨ ਕਾਰਜ ਕੀਤਾ, ਜਿਸ ਗੁਰੂ ਨੇ ਸੰਸਾਰ ਦੀ ਸੋਚ ਨੂੰ ਉੱਚਾ ਚੁੱਕਿਆ, ਉਸ ਸਮੇਂ ਜਦੋਂ ਸ਼ੂਦਰ ਜਾਂ ਫਿਰ ਇਸਤਰੀ ਜਾਤੀ ਨੂੰ ਦਬਾਉਣ ਦੀ ਗੱਲ, ਗਰੀਬ ਮਾਰ ਕਰਨ ਦੀ ਗੱਲ, ਉਸ ਸਮੇਂ ਗੁਰੂ ਸਾਹਿਬ ਨੇ ਭਗਤਾਂ ਦੀ ਬਾਣੀ ਨੂੰ, ਭਗਤ ਨਾਮਦੇਵ ਜੀ, ਕਬੀਰ ਸਾਹਿਬ ਜੀ, ਬਾਬਾ ਫਰੀਦ ਜੀ, ਤੇ ਉਹਨਾਂ ਦੀ ਬਾਣੀ ਨੂੰ ਉੱਚਾ ਚੁੱਕ ਦਿੱਤਾ। ਨਾਨਕ ਤਿਨ ਕੇ ਸੰਗ ਸਤ ਵੱਡਿਆਂ ਸਿਉ ਕਿਆ ਰੀਸ, ਵੀ ਮੈਂ ਸੱਚੇ ਤੇ ਇਮਾਨਦਾਰ ਲੋਕਾਂ ਦੇ ਨਾਲ ਖੜਾ ਹਾਂ। ਐਡੀ ਵੱਡੀ ਦਲੀਲ ਜਾਂ ਐਡੀ ਵੱਡੀ ਪਰਿਭਾਸ਼ਾ ਦੇ ਦੇਣੀ ਤੇ ਉਹ ਤੋਂ ਆਪਾਂ ਜਾਣੂ ਨਾ ਹੋਈਏ, ਉਹਨੂੰ ਆਪਾਂ ਪੜ੍ਹੀਏ ਨਾ, ਉਹ ਵੀ ਇੱਕ ਬੇਅਦਬੀ। ਠੀਕ ਹੈ ਜੀ ਲਖਵੀਰ ਸਿੰਘ ਜੀ। ਲਖਵੀਰ ਸਿੰਘ ਜੀ ਹੋਰਾਂ ਨੇ ਸਾਡੇ ਨਾਲ ਇਤਿਹਾਸ ਵਿੱਚੋਂ ਕਾਫੀ ਜਿਹੜੇ ਇਤਿਹਾਸ ਦੀਆਂ ਵਿਚਾਰਾਂ ਕੀਤੀਆਂ ਨੇ ਤੇ ਜਾਣੇ ਅਣਜਾਣੇ ਦੇ ਵਿੱਚ ਜਿਹੜੀਆਂ ਗਲਤੀਆਂ ਵੀ ਹੋ ਸਕਦੀਆਂ ਨੇ, ਅਸੀਂ ਗੁਰੂ ਤੇ ਸੰਗਤ ਤੋਂ ਮੁਆਫੀ ਬਖਸ਼ਦੇ ਹਾਂ। ਸਾਡਾ ਜੋ ਇਸ ਪ੍ਰੋਗਰਾਮ ਉਲੀਕਣ ਦਾ ਮੇਨ ਉਦੇਸ਼ ਇਹ ਸੀਗਾ ਕਿ ਜਿਹੜਾ ਅਨੰਦਪੁਰ ਸਾਹਿਬ ਦੀ ਕਿਲ੍ਹੇ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਜਿਹੜੇ ਆ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਨੂੰ ਤੇ ਨਾਲ ਉਹਨਾਂ ਦੇ ਜਿਹੜੇ ਸਿੰਘ ਸ਼ਹੀਦ ਹੋਏ ਨੇ ਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਅਰਪਿਤ ਕਰੀਏ। ਤੇ ਹੁਣ ਸਾਡੇ ਸ਼ੋਅ ਦਾ ਜਿਹੜਾ ਸਮਾਂ ਸਮਾਪਤ ਹੋ ਚੁੱਕਿਆ ਹੈ ਤੇ ਲਖਵੀਰ ਸਿੰਘ ਜੀ ਨੂੰ ਤੇ ਗਗਨਦੀਪ ਸਿੰਘ ਅਨੰਦਪੁਰੀ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।